करके उसकी तह तक पहुंचदा। हर एक खबर पिछे चलदी असल कहानी दा सच सामने लैके आउंदा। राजनीति दी हरेक रणनीति तो जाणू करवाउंदा। सिस्टम विच पसरे भ्रिष्टाचार नूं उजागर करदा। धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा। तत्थां सहित सही ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਅੱਜ ਅਸੀਂ ਇੱਕ ਵਿਸ਼ੇਸ਼ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਕਿਸਾਨ ਮੂਵਮੈਂਟ ਚੱਲ ਰਹੀ ਆ ਲਗਾਤਾਰ, 1 ਸਾਲ ਹੋ ਗਿਆ, 700 ਤੋਂ ਵੱਧ ਸ਼ਹੀਦੀਆਂ ਹੋ ਗਈਆਂ। ਆਏ ਦਿਨ ਚਰਚਾ 'ਚ ਕੋਈ ਨਾ ਕੋਈ ਘਟਨਾ ਰਹਿੰਦੀ ਆ। ਲਖੀਮਪੁਰ ਖੀਰੀ ਵਾਲੀ ਘਟਨਾ ਅਜੇ ਠੰਡੀ ਹੋਈ ਨਹੀਂ ਸੀਗੀ, ਉਹਦੇ ਲਈ ਜਦੋਜਹਿਦ ਜਾਰੀ ਆ। ਪਰ ਕੱਲ ਇੱਕ ਹੋਰ ਮੰਦਭਾਗੀ ਘਟਨਾ ਸਿੰਘੂ ਬਾਰਡਰ ਤੇ ਹੋ ਗਈ, ਜਿਹਨੇ ਦੁਨੀਆ ਭਰ ਦਾ ਧਿਆਨ ਖਿੱਚਿਆ। ਔਰ ਜਿਹੜੀਆਂ ਨਿੰਬੜਤਾਲਾਂ ਚੱਲੀਆਂ ਜਾ ਰਹੀਆਂ ਸਰਕਾਰੀ ਏਜੰਸੀਆਂ ਵੱਲੋਂ, ਉਹਨਾਂ ਦਾ ਵੀ ਲੋਕਾਂ ਦੇ ਵਿੱਚ ਭਾਰੀ ਚਰਚਾ ਹੈ ਕਿ ਕਿਸ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਲੀਹੋਂ ਲਾਉਣ ਲਈ ਸਾਰਾ ਕੁਝ ਚੱਲ ਰਿਹਾ। ਸਾਡੇ ਨਾਲ ਅੱਜ ਇੱਕ ਨੌਜਵਾਨ ਬੇਟੀ ਹੈ ਸਾਡੀ, ਸੋਨੀਆ ਮਾਨ। ਅਸੀਂ ਜਿੰਨਾ ਵੱਡਾ ਮਾਣ ਕਰ ਸਕੀਏ ਉਸ ਪਰਿਵਾਰ 'ਤੇ ਉਨਾ ਹੀ ਘੱਟ ਹੈ, ਕਿਉਂਕਿ ਉਹਨੇ ਆਪਣੇ ਵੱਡਿਆਂ ਦੇ, ਬਲਦੇਵ ਮਾਨ ਹੋਰਾਂ ਦੀ ਬੇਟੀ ਹੈ ਜੀ, ਜਿਨ੍ਹਾਂ ਦਾ ਇੱਕ ਸੰਘਰਸ਼ੀ ਯੋਧਾ ਸੀ ਬਲਦੇਵ ਮਾਨ, ਜਿਨ੍ਹਾਂ ਲੋਕਾਂ ਨੇ ਉਹਨਾਂ ਬਾਰੇ ਜਾਣਿਆ ਸੁਣਿਆ ਜਾਂ ਉਹਨਾਂ ਨੂੰ ਮਿਲਿਆ, ਉਹਨਾਂ ਨਾਲ ਵਿਚਰਿਆ। ਉਹਨਾਂ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਦੱਸਿਆ ਜਾ ਸਕਦਾ। ਪਰ ਬਲਦੇਵ ਮਾਨ ਹੋਰਾਂ ਦੇ ਇਹ ਬੇਟੀ ਦਾ ਜਨਮ ਲੈਣ ਤੋਂ ਬਾਅਦ, ਜਿਵੇਂ ਚਿੱਠੀ ਵਾਲੀ ਕਹਾਣੀ ਸਾਰੀ ਦੁਨੀਆ ਨੂੰ ਪਤਾ ਹੈ, ਬਹੁਤ ਚਰਚਾ ਵੀ ਹੋਈ ਸੀ। ਔਰ ਕੁਝ ਸਮਾਂ ਬੇਟੀ ਆਪਣੇ ਪੜ੍ਹਾਈ ਲਿਖਾਈ ਜਾਂ ਹੋਰ ਕੰਮਾਂ 'ਚ ਰੁੱਝੀ ਰਹੀ। ਆਖਿਰਕਾਰ ਜਿਹੜਾ ਖੂਨ ਉਬਾਲਾ ਖਾਂਦਾ ਹੈ, ਅਤੇ ਜਦੋਂ ਇਹ ਮੂਵਮੈਂਟ ਵੱਡੀ ਜਿਹੜੀ ਆ ਨਜ਼ਰ ਆ ਰਹੀ ਸੀ, ਤੇ ਨੌਜਵਾਨਾਂ ਦਾ ਇੱਕ ਕਿਸਮ ਦਾ ਆਈਕਨ ਬਣ ਕੇ ਇਸ ਬੇਟੀ ਨੇ ਵੀ ਮੈਦਾਨ ਵਿੱਚ ਪੈਰ ਰੱਖਿਆ ਔਰ ਲਗਾਤਾਰ ਜੂਝ ਰਹੀ ਹੈ ਲੰਬੇ ਸਮੇਂ ਤੋਂ। ਆਪਣਾ ਸਾਰਾ ਕੁਝ ਫਿਲਮ ਇੰਡਸਟਰੀ ਵਾਲਾ ਕਾਰੋਬਾਰ ਜਿਹੜਾ ਉਹਨੂੰ ਛੱਡ ਕੇ, ਸਾਰਾ ਕੁਝ ਛੱਡ ਕੇ, ਆਪਣੇ ਪਿਤਾ ਦੇ ਮਾਰਗਦਰਸ਼ਨ ਜਿੱਦਾਂ ਉਹਨਾਂ ਦਿੱਤਾ ਸੀ, ਉਹਨਾਂ ਲੀਹਾਂ ਤੇ ਚੱਲ ਕੇ ਦੁਬਾਰਾ ਆਪਣੇ ਆਪ ਨੂੰ ਵੀ ਐਸਟੈਬਲਿਸ਼ ਕੀਤਾ, ਆਪਣੇ ਪਿਤਾ ਦੀ ਯਾਦ ਨੂੰ ਯਾਦ ਤਾਜ਼ਾ ਕਰਾਇਆ। ਔਰ ਜਿਹੜੇ ਉਹਨਾਂ ਦੇ ਨਾਲ ਵਿਚਰੇ ਹੋਏ ਦੋਸਤ ਆ, ਉਹਨਾਂ ਦਾ ਸਿਰ ਵੀ ਬੜੇ ਫਖਰ ਨਾਲ ਉੱਚਾ ਹੋਇਆ। ਸੋ ਸਾਡੀ ਟੀਮ ਦੇ ਵਿੱਚ ਇਸ ਵੇਲੇ ਬਲਦੇਵ ਮਾਨ ਹੋਰਾਂ ਨਾਲ ਵਿਚਰੇ ਹੋਏ ਲੋਕ, ਮੈਂ ਆਪਣਾ ਰਿਲੇਸ਼ਨ ਬਹੁਤਾ ਨਹੀਂ ਦੱਸਦਾ, ਬਹੁਤ ਸਾਰੀਆਂ ਯਾਦਾਂ ਨੇ ਬਲਦੇਵ ਹੋਰਾਂ ਨਾਲ ਜੁੜੀਆਂ ਹੋਈਆਂ। ਸੋ ਮੇਰੇ ਨਾਲ ਨੇ ਹਰਪ੍ਰਮਿੰਦਰ ਜੀਤ ਗਦਰੀ, ਉਹ ਵੀ ਉਹਨਾਂ ਦੇ ਗਰੁੱਪ ਦੇ ਨਾਲ ਕੰਮ ਕਰਦੇ ਰਹੇ ਨੇ। ਅਸੀਂ ਦੋਨੇ ਮਿਲ ਕੇ ਸੋਨੀਆ ਨਾਲ ਕੋਈ ਗੱਲਾਂ ਬਾਤਾਂ ਕਰਾਂਗੇ। ਹਰਪ੍ਰਮਿੰਦਰ, ਪਹਿਲਾਂ ਤੁਹਾਡਾ ਸਵਾਗਤ ਹੈ, ਤੇ ਨਾਲ ਹੀ ਆਪਾਂ ਸੋਨੀਆ ਹੋਰਾਂ ਦਾ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ ਜੀ, ਵੈਲਕਮ ਸੋਨੀਆ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ। ਹਾਂਜੀ, ਸੋਨੀਆ ਦੀ ਆਵਾਜ਼ ਥੋੜੀ ਅਲਾਉਡ ਕਰ ਦਿਓ, ਆਵਾਜ਼ ਥੋੜੀ ਘੱਟ ਆ ਰਹੀ ਹੈ, ਸਾਨੂੰ ਲੱਗਦਾ ਟੀਵੀ ਤੇ ਵੀ ਸ਼ਾਇਦ ਆਵਾਜ਼ ਨਾ ਘੱਟ ਜਾਵੇ। ਸੋਨੀਆ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ 'ਚ ਇੱਕ ਵਾਰੀ ਤੁਹਾਡਾ ਫੇਰ ਅਸੀਂ ਨਿੱਘਾ ਸਵਾਗਤ ਕਰ ਲਈਏ। ਤੁਸੀਂ ਇਸ ਵੇਲੇ ਕਿੱਥੇ ਹੋ? ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕਿੱਥੇ, ਸਿੰਘੂ ਬਾਰਡਰ ਤੇ ਹੋ ਜਾਂ ਕਿਹੜੀ ਜਗ੍ਹਾ ਬੈਠੇ ਹੋ? ਨਹੀਂ, ਰਾਈਟ ਨਾਓ ਮੈਂ ਚੰਡੀਗੜ੍ਹ ਆ। ਕਿਉਂਕਿ ਅੱਜ ਚੰਡੀਗੜ੍ਹ, ਹਾਂਜੀ ਚੰਡੀਗੜ੍ਹ ਆ, ਕਿਉਂਕਿ ਮੈਂ ਲਖੀਮਪੁਰ ਤੋਂ ਸਿੱਧਾ ਚੰਡੀਗੜ੍ਹ ਆ ਗਈ ਸੀਗੀ। ਔਰ ਇੱਥੇ ਅੱਜ ਵੀ ਕੁਝ ਕਿਸਾਨਾਂ ਦੇ ਪ੍ਰੋਗਰਾਮ ਸੀਗੇ ਜਿੱਥੇ ਮੈਨੂੰ ਸੱਦਿਆ ਸੀਗਾ, ਔਰ ਕੱਲ ਵੀ ਕੁਝ ਕਿਸਾਨਾਂ ਦੇ ਪ੍ਰੋਗਰਾਮ ਨੇ ਮੋਹਾਲੀ ਦੇ ਵਿੱਚ। ਔਰ ਸਵੇਰੇ ਲਖੀਮਪੁਰ ਖੀਰੀ ਦੇ ਵਾਸਤੇ ਕੁਝ ਪਾਠ ਰੱਖੇ ਨੇ ਇੱਥੇ ਨਿਊ ਚੰਡੀਗੜ੍ਹ ਦੇ ਵਿੱਚ, ਉੱਥੇ ਸੱਦਿਆ, ਉੱਥੇ ਵੀ ਜਾਣਾ ਹੈ। ਸੋ ਸਾਰਾ ਦਿਨ ਇਸੇ ਤਰੀਕੇ ਦੇ ਨਾਲ ਜਿੱਥੇ ਜਿੱਥੇ ਸਾਰੇ ਸੰਗਤ ਸਾਧਦੀ ਹੈ, ਉੱਥੇ ਉੱਥੇ ਮੈਂ ਜਾਂਦੀ ਹਾਂ। ਅੱਛਾ ਸੋਨੀਆ, ਸਵਾਲ ਤੇ ਬਹੁਤ ਸਾਰੇ ਨੇ। ਮੈਂ ਸ਼ੁਰੂ ਤੋਂ ਇੱਥੋਂ ਕਰਨਾ ਚਾਹੁੰਦਾ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਪ੍ਰੇਰਨਾ ਮਿਲੀ, ਕਿੱਦਾਂ ਇੱਥੇ ਗਏ। ਪਰ ਉਸ ਤੋਂ ਵੀ ਪਹਿਲਾਂ, ਕਿਉਂਕਿ ਲਖੀਮਪੁਰ ਖੀਰੀ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਔਰ ਇਹ ਬੜਾ ਇੱਕ ਭਖਵਾਂ ਮੁੱਦਾ ਇਸ ਵੇਲੇ ਬਣਿਆ ਹੋਇਆ, ਤੁਸੀਂ ਵੀ ਉੱਥੇ ਜਾ ਕੇ ਆਏ ਹੋ ਰੀਸੈਂਟਲੀ। ਪਿਛਲੇ ਦਿਨੀ ਜਦੋਂ ਤੁਹਾਡੇ ਨਾਲ ਗੱਲ ਹੋਈ ਸੀ ਪ੍ਰੋਗਰਾਮ ਤੇ ਆਉਣ ਲਈ, ਤੇ ਤੁਸੀਂ ਦੱਸਿਆ ਸੀ ਕਿ ਮੈਂ ਉੱਥੇ ਭੋਗ ਵਾਲੇ ਸਮਾਗਮ 'ਚ ਜਾ ਰਹੀ ਹਾਂ, ਤੇ ਉੱਥੋਂ ਆ ਕੇ ਆਪਾਂ ਫਿਰ ਗੱਲਬਾਤ ਕਰਾਂਗੇ। ਥੋੜ੍ਹਾ ਜਿਹਾ ਸਾਨੂੰ ਦੱਸੋ, ਉੱਥੇ ਤੁਸੀਂ ਗਰਾਊਂਡ 'ਤੇ ਜਾ ਕੇ ਆਏ ਹੋ, ਤੁਹਾਨੂੰ ਕੀ ਉੱਥੇ ਲੱਗਿਆ? ਜਿਸ ਤਰ੍ਹਾਂ ਦੀਆਂ ਕੁਝ ਖਬਰਾਂ ਚੱਲ ਰਹੀਆਂ ਨੇ, ਕਿਸ ਤਰੀਕੇ ਨਾਲ ਉਹ ਸਾਰਾ ਘਟਨਾਕ੍ਰਮ ਹੋਇਆ, ਉਹਨਾਂ ਪਰਿਵਾਰਾਂ ਨੂੰ ਤੁਸੀਂ ਮਿਲ ਕੇ ਆਏ ਹੋ। ਥੋੜ੍ਹੀ ਜਿਹੀਆਂ ਤੁਸੀਂ ਆਪਣੀਆਂ ਜਿਹੜੇ ਸੰਵੇਦਨਾ ਤੇ ਭਾਵਨਾਵਾਂ ਨੇ ਉਹ ਦੱਸੋ ਕਿ ਕਿਸ ਤਰ੍ਹਾਂ ਉੱਥੇ ਸਾਰਾ ਕੁਝ ਦੇਖਿਆ। ਉਸ ਤੋਂ ਬਾਅਦ ਫਿਰ ਆਪਾਂ ਮੁੱਦਿਆਂ 'ਤੇ ਹੋਰ ਗੱਲ ਕਰਦੇ ਹਾਂ। ਲਖੀਮਪੁਰ ਖੀਰੀ ਯੂਪੀ ਦੇ ਵਿੱਚ ਜਿਹੜੇ ਵੀ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਜਾਂ ਕਿਸਾਨ ਰਹਿੰਦੇ ਨੇ, ਉਹ ਸਾਡੇ ਮਤਲਬ ਕਿ ਉੱਥੇ ਜੰਗਲ ਵੱਢ ਕੇ ਉਹਨਾਂ ਨੇ ਜ਼ਮੀਨਾਂ ਬਣਾਈਆਂ ਸੀਗੀਆਂ, ਬਹੁਤ ਪੁਰਾਣੇ ਗਏ ਹੋਏ ਨੇ। ਸੋ ਉੱਥੇ ਇਸ ਤਰੀਕੇ ਦੇ ਨਾਲ ਪਿੰਡ ਹੀ ਪਿੰਡ ਨਹੀਂ ਹੈ, ਡੇਰੇ ਤੇ ਰਹਿੰਦੇ ਨੇ ਦੂਰ ਦੂਰ। ਸੋ ਜ਼ਿਆਦਾਤਰ ਉਹਨਾਂ ਵਾਸਤੇ ਬਹੁਤ ਔਖਾ ਸੀਗਾ। ਫਿਰ ਵੀ ਕਿਸਾਨੀ ਰੂਪ ਦੇ ਵਿੱਚ ਉਹ ਬਾਹਰ ਨਿਕਲ ਕੇ ਆਏ, ਕਿਉਂਕਿ MSP ਉੱਥੋਂ ਦੀ MSP ਤੇ ਉੱਤੇ ਫਸਲ ਨਹੀਂ ਵਿਕਦੀ ਉਹਨਾਂ ਦੀ, ਔਰ ਅੱਜ ਵੀ 1000 ਰੁਪਏ ਦੇ ਉੱਤੇ ਵਿਕੀ ਹੈ। ਔਰ ਜਦ ਕਿ 1900 2000 MSP ਦਾ ਰੇਟ ਹੈ, ਬਟ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਇਸ ਕਿਸਾਨ ਅੰਦੋਲਨ ਦੇ ਵਿੱਚ। ਔਰ ਜਦੋਂ ਇਹ ਦੁਰਘਟਨਾ ਹੋਈ ਹੈ, ਜਦੋਂ ਮੈਂ ਉੱਥੇ ਪਹੁੰਚੀ ਹਾਂ ਔਰ ਜਦੋਂ ਮੈਂ ਗੁਰਵਿੰਦਰ ਦੇ ਘਰ ਪਹੁੰਚੀ ਸੀਗੀ, ਉਹਦਾ ਘਰ ਵੀ ਇੱਕ ਡੇਰੇ ਤੇ ਸੀਗਾ, ਬਹੁਤ ਇਕੱਲਾ ਜਿਹਾ ਘਰ ਸੀਗਾ। ਐਂਡ ਉੱਥੇ ਜਾ ਕੇ ਜਦੋਂ ਉਹ ਫੈਮਿਲੀ ਦੇ ਨਾਲ ਖੜੀ, ਕਿਉਂਕਿ ਉੱਥੇ ਪਹੁੰਚਣਾ ਬਹੁਤ ਮੁਸ਼ਕਿਲ ਸੀਗਾ, ਕਿਉਂਕਿ ਸੜਕ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ ਨਾਕੇ ਲੱਗੇ ਹੋਏ ਸੀਗੇ। ਔਰ यूपी ਦੇ ਵਿੱਚ ਗੁੰਡਾਗਰਦੀ ਔਰ ਗੁੰਡਾ ਰਾਜ ਬਹੁਤ ਹੱਦ ਤੱਕ ਹੈ ਔਰ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਇਹ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਹੈ ਰਾਈਟ ਨਾਓ, ਕਿਉਂਕਿ ਜਿਸ ਤਰੀਕੇ ਦੇ ਨਾਲ ਕੋਈ ਕਿਸੇ ਦੀ ਮ੍ਰਿਤਕ ਦੀ ਮੌਤ ਹੁੰਦੀ ਹੈ ਜਾਂ ਕੋਈ ਉਹਦੇ ਰਿਸ਼ਤੇਦਾਰ ਅਫਸੋਸ ਮਨਾਉਣ ਵਾਸਤੇ ਜਾਂਦੇ ਨੇ, ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਸੀਗਾ। ਇਨਫੈਕਟ ਪੁਲਿਸ ਦੀ ਤਾਦਾਦ ਜ਼ਿਆਦਾ ਸੀਗੀ ਉਸ ਘਰ ਦੇ ਵਿੱਚ, ਉਹਨਾਂ ਦੇ ਰਿਸ਼ਤੇਦਾਰ ਨਹੀਂ ਸੀਗੇ। ਸੋ ਇਹ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀਗਾ ਉਹਦੀ ਫੈਮਿਲੀ ਵੱਲੋਂ ਵੀ ਸਾਡੇ ਰਿਸ਼ਤੇਦਾਰਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ। ਅੱਗੇ ਆਲਰੇਡੀ ਉਹਨਾਂ ਦਾ 19 ਸਾਲਾਂ ਦਾ ਬੱਚਾ ਤੇ ਆਪਣੇ ਹੱਥੋਂ ਗਵਾ ਚੁੱਕੇ ਸੀਗੇ, ਬਟ ਉਹਨਾਂ ਦੇ ਰਿਸ਼ਤੇਦਾਰ ਉੱਥੇ ਪਹੁੰਚ ਨਹੀਂ ਪਾ ਰਹੇ ਸੀਗੇ। ਉੱਤੋਂ ਉਹਨਾਂ ਨੂੰ ਪੋਸਟਮਾਰਟਮ ਰਿਪੋਰਟ ਵੀ ਨਹੀਂ ਦਿੱਤੀ ਜਾ ਰਹੀ ਸੀਗੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਬੋਡੀ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਜਦੋਂ ਮੈਂ ਪਹੁੰਚੀ, ਪਹਿਲੀ ਗੱਲ ਉਹਨਾਂ ਨੂੰ ਮੇਰੇ ਬਾਰੇ ਇੰਨਾ ਜ਼ਿਆਦਾ ਪਹਿਲਾਂ ਪਤਾ ਨਹੀਂ ਸੀਗਾ, ਉਹ ਪੁਲਿਸ ਪ੍ਰਸ਼ਾਸਨ ਨੂੰ। ਬਟ ਜਦੋਂ ਮੈਂ ਪਹੁੰਚੀ, ਫਿਰ ਉਹ ਪਰਿਵਾਰ ਨੇ ਮੈਨੂੰ ਕਿਹਾ ਕਿ ਭੈਣ ਸਾਡੀ ਪੋਸਟਮਾਰਟਮ ਰਿਪੋਰਟ ਇਹਨਾਂ ਦੇ ਕੋਲ ਹੈ, ਨਹੀਂ ਦੇ ਰਹੇ। ਮੈਂ ਉਹਨਾਂ ਦੇ ਕੋਲੋਂ ਮੰਗੀ ਕਿਉਂਕਿ ਮੀਡੀਆ ਸੀਗੀ, ਮੀਡੀਆ ਦੇ ਸਾਹਮਣੇ ਫਿਰ ਉਹਨਾਂ ਨੂੰ ਦੇਣੀ ਪਈ, ਉਹਨਾਂ ਨੂੰ ਦਿੱਤੀ। ਫਿਰ ਉਹ ਉਹਨਾਂ ਨੇ ਉਹਨਾਂ ਦੀ ਜਿਹੜੀ ਫੈਮਿਲੀ ਸੀਗੀ, ਉਹਨਾਂ ਨੇ ਬੋਡੀ ਦੀ ਡੈਡ ਬੋਡੀ ਨੂੰ ਖੋਲ ਕੇ ਦਿਖਾਇਆ ਔਰ ਦੱਸਿਆ ਵੀ ਇਹ ਗੋਲੀ ਦੇ ਨਿਸ਼ਾਨ ਨੇ ਔਰ ਕਿਸ ਤਰੀਕੇ ਦੇ ਨਾਲ ਮੋਨੂ ਮਿਸ਼ਰਾ ਨੇ ਗੋਲੀ ਦੇ ਵਾਰ ਕੀਤੇ ਸੀਗੇ। ਉਹ ਵੀਡੀਓ ਵੀ ਵਾਇਰਲ ਕੀਤੀਆਂ ਸੀਗੀਆਂ। ਉੱਥੇ ਇੰਟਰਨੈਟ ਦਾ ਕਨੈਕਸ਼ਨ ਨਹੀਂ ਸੀਗਾ, ਬਟ ਲੈ ਕੇ ਕਿਸੇ ਤੋਂ ਹੌਟਸਪੌਟ ਉਸ ਤਰੀਕੇ ਦੇ ਨਾਲ ਲਾਈਵ ਵੀ ਕੀਤਾ ਸੀਗਾ ਉਹਨਾਂ ਦੀ ਫੈਮਿਲੀ ਦੇ ਨਾਲ। ਬਟ ਜੇ ਦੇਖਿਆ ਜਾਵੇ ਤੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹਦੇ ਤੇ ਮੁੱਦਾ ਹੈ। ਜਿਹੜੇ ਗਏ ਉਹ ਤੇ ਗਏ, ਸ਼ਰੇਆਮ ਇਹਨਾਂ ਨੇ ਉਹਨਾਂ ਨੂੰ ਗੱਡੀ ਦੇ ਨਾਲ ਟੱਕਰ ਮਾਰੀ। ਬਟ ਅਸੀਂ ਤੇ ਵਾਪਸ ਆ ਜਾਾਂਗੇ ਉੱਥੋਂ, ਪਰ ਉਹਨਾਂ ਦਾ ਪਰਿਵਾਰ ਜਿਹੜਾ ਕੱਲਾ ਡੇਰਿਆਂ ਤੇ ਰਹਿੰਦਾ ਹੈ, ਉਹਨਾਂ ਦੀ ਸਿਕਿਉਰਿਟੀ ਦਾ ਵੀ ਇੱਕ ਮੇਨ ਮੁੱਦਾ ਸੀਗਾ ਉਹਨਾਂ ਦੀ ਫੈਮਿਲੀ ਵੱਲੋਂ ਵੀ। ਤੁਹਾਨੂੰ ਲੱਗਦਾ ਹੈ ਕਿ ਇਸ ਘਟਨਾ ਤੋਂ ਬਾਅਦ ਜਿਹੜੇ ਉਹ ਸਕੈਟਰਡ ਏਰੀਆ 'ਚ ਬੈਠੇ ਹੋਏ ਸਿੱਖ ਕਿਸਾਨ ਪਰਿਵਾਰ ਨੇ, ਜਿਹੜੇ ਜਥੇਬੰਦਕ ਤੌਰ ਤੇ ਹੁਣ ਕਿਸਾਨ ਯੂਨੀਅਨਾਂ ਦੇ ਕਰਕੇ ਜਥੇਬੰਦ ਹੋ ਗਏ ਹੋਣਗੇ, ਪਰ ਕਿਉਂਕਿ ਉਹ ਇੱਕ ਮੁੱਢਲੇ ਰੂਪ 'ਚ ਇੱਕ ਪਿੰਡ ਜਾਂ ਕਿ ਇਕਾਈ ਦੇ ਰੂਪ 'ਚ ਨਹੀਂ ਬੈਠੇ ਤੇ ਉਹ ਇਕੱਲੇ ਕਾਰੇ ਬੈਠੇ ਹੋਣ ਕਰਕੇ ਭਵਿੱਖ ਵਿੱਚ ਤੁਸੀਂ ਕਹਿ ਰਹੇ ਹੋ ਕਿ ਕੋਈ ਇਸ ਤਰ੍ਹਾਂ ਦਾ ਵਾਤਾਵਰਨ ਬਣ ਸਕਦਾ ਹੈ ਕਿ ਉਹਨਾਂ ਦਾ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ? ਹਾਂਜੀ, ਕਿਉਂਕਿ ਉਹਨਾਂ ਦਾ ਹੀ ਕਹਿਣਾ ਆ ਵੀ ਅੱਜ ਜਦੋਂ ਕੋਈ ਵੀ ਘਟਨਾ ਹੁੰਦੀ ਹੈ ਸਿੰਘੂ ਬਾਰਡਰ ਦੇ ਉੱਤੇ, ਭਾਵੇਂ 26 ਦੀ ਘਟਨਾ ਨੂੰ ਲੈ ਕੇ ਸਭ ਤੋਂ ਜ਼ਿਆਦਾ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ ਆ, ਕਿਉਂਕਿ ਉੱਥੇ ਪੰਜਾਬ ਵਾਂਗੂ ਪਿੰਡ ਨਹੀਂ ਗੇ, ਉੱਥੇ ਉਹ ਡੇਰਿਆਂ ਤੇ ਰਹਿੰਦੇ ਨੇ। ਜਿਵੇਂ ਅੱਜ ਸਿੰਘੂ ਬਾਰਡਰ ਤੇ ਵੀ ਘਟਨਾ ਹੋਈ ਹੈ ਕੱਲ ਦੀ ਜਿਹੜੀ ਹੈ, ਉਹਦਾ ਵੀ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੇ ਉੱਤੇ ਪਿਆ ਆ। ਔਰ ਕਿਉਂਕਿ ਲਖੀਮਪੁਰ ਵਾਲੀ ਘਟਨਾ ਤੋਂ ਬਾਅਦ, ਕਿਉਂਕਿ ਜਿੰਨੀ ਜ਼ਿਆਦਾ ਤਾਦਾਦ ਦੇ ਵਿੱਚ ਬਾਕੀ ਧਰਮਾਂ ਦੇ ਲੋਕੀ ਵੀ ਰਹਿੰਦੇ ਨੇ, ਉਹ ਉਹਨਾਂ ਤੇ ਦਬਾਅ ਪਾਉਂਦੇ ਨੇ। ਫਿਰ ਉਸ ਤਰੀਕੇ ਦੇ ਨਾਲ ਬੀਜੇਪੀ ਗਵਰਨਮੈਂਟ ਦੀ ਵੀ ਉੱਥੇ ਗਵਰਨਮੈਂਟ ਆ ਬੀਜੇਪੀ ਰਾਈਟ ਨਾਓ, ਫਿਰ ਉਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੀ ਉਹਨਾਂ ਦੇ ਉੱਤੇ ਉਹਨਾਂ ਨੂੰ ਤੰਗ ਕਰੂਗਾ। ਜੇ ਬੀਜੇਪੀ ਰਿਪੀਟ ਹੁੰਦੀ ਹੈ ਯੂਪੀ ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮੈਟਿਕ ਚੀਜ਼ ਹੈ, ਸਭ ਤੋਂ ਜ਼ਿਆਦਾ ਪ੍ਰੋਬਲਮਸ ਉਹ ਪਰਿਵਾਰਾਂ ਨੂੰ ਫੇਸ ਕਰਨੀਆਂ ਪੈਣਗੀਆਂ ਔਰ ਉਹ ਲੋਕਾਂ ਨੂੰ ਫੇਸ ਕਰਨੀ ਪਊਗੀ ਜਿਹੜੀ ਅੱਜ ਕਿਸਾਨੀ ਧਰਨੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਕੇ ਤੁਰੇ ਨੇ। ਜੀ ਸੋਨੀਆ, ਅੱਛਾ ਥੋੜਾ ਜਿਹਾ ਸਾਨੂੰ ਇਸੇ ਗੱਲ ਨੂੰ ਅੱਗੇ ਹਰਪ੍ਰਮਿੰਦਰ ਤੁਹਾਨੂੰ ਕੁਐਸਚਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਨਾ ਚਾਹ ਰਿਹਾ ਕਿ ਤੁਸੀਂ ਉੱਥੇ ਗਏ, ਕਿਸ ਤਰ੍ਹਾਂ ਦੀਆਂ ਤੁਹਾਨੂੰ ਰੋਕਾਂ ਦਾ ਸਾਹਮਣਾ ਕਰਨਾ ਪਿਆ, ਤੁਸੀਂ ਕਿੰਨਿਆਂ ਜਣੇ ਦਾ ਗਰੁੱਪ ਸੀਗਾ ਤੇ ਤੁਹਾਨੂੰ ਸੁਣਿਆ ਉੱਥੇ ਅਰੈਸਟ ਵੀ ਕੀਤਾ ਗਿਆ ਸੀਗਾ। ਥੋੜਾ ਜਿਹਾ ਆਪਣਾ ਜਿਹੜਾ ਤੁਹਾਡੇ ਨਾਲ ਵਿਹਾਰ ਹੋਇਆ ਉਹਦੇ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ, ਫਿਰ ਅਗਲਾ ਕੁਐਸਚਨ ਹਰਪ੍ਰਮਿੰਦਰ ਕਰਨਗੇ। ਵੇਖੋ, ਜਦੋਂ ਮੈਂ ਪਹਿਲੀ ਵਾਰੀ ਗਈ ਸੀਗੀ ਉੱਥੇ ADGB ਸੀਗੀ, ਕਾਫੀ ਸਾਰੀ ਪੁਲਿਸ ਸੀਗੀ ਜਿਨ੍ਹਾਂ ਨੂੰ ਮੈਂ ਕੁਐਸਚਨ ਕੀਤੇ ਸੀਗੇ ਬਹੁਤ ਸਾਰੇ, ਔਰ ਉਹਨਾਂ ਨੂੰ ਇਹ ਲੱਗਾ ਸੀਗਾ ਕਿ ਇਹ ਇੰਨੇ ਕੁਐਸਚਨ ਕਰ ਰਹੀ ਆ। ਉਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ, ਉਹ ਕਾਫੀ ਸਾਰੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ। ਜਦੋਂ ਮੈਂ ਦੂਜੀ ਵਾਰੀ ਗਈ ਹਾਂ ਔਰ ਆਈ ਡੋਂਟ ਨੋ ਉਹਨਾਂ ਨੂੰ ਕਿੰਨੇ ਦੱਸਿਆ, ਉਹਨਾਂ ਦੇ ਕੋਲ ਮੇਰੀ ਫੋਟੋ ਵੀ ਸੀਗੀ ਔਰ ਉਹਨਾਂ ਦੇ ਕੋਲ ਉਹਨਾਂ ਨੂੰ ਮੇਰੀ ਲੋਕੇਸ਼ਨ ਵੀ ਪਤਾ ਸੀ। ਉਹਨਾਂ ਨੇ ਮੈਨੂੰ ਬਰੇਲੀ ਤੋਂ ਅੱਗੇ ਜਾ ਕੇ ਸਾਜਾਪੁਰ ਇੱਕ ਫਾਟਕ ਆਂਦਾ ਹੈ, ਉਹ ਫਾਟਕ ਬੰਦ ਕਰਵਾਇਆ ਹੋਇਆ ਸੀਗਾ, ਟਰੱਕਾਂ ਦਾ ਜਾਮ ਦੇ ਵਿੱਚ ਲਾਇਆ ਹੋਇਆ ਸੀਗਾ, ਉਹਦੇ ਵਿੱਚ ਮੈਂ ਫਸੀ। ਉੱਥੇ ਪੁਲਿਸ ਨੂੰ ਕਿਵੇਂ ਪਤਾ ਲੱਗਾ ਕਿ ਮੇਰੀ ਗੱਡੀ ਉੱਥੇ ਖੜੀ ਹੈ ਔਰ ਪੁਲਿਸ ਨੇ ਉੱਥੋਂ ਆ ਕੇ ਧੱਕਾਸ਼ਾਹੀ ਦੇ ਨਾਲ ਮਤਲਬ ਮੇਰੇ ਡਰਾਈਵਰ ਨੂੰ ਬਾਹਰ ਕੱਢਿਆ
ਔਰ ਮੇਰੇ ਨਾਲ ਇੱਕ ਸਿੰਗਰ ਸੀਗੇ ਜਿੰਮੀ ਜਿਹੜੇ ਜਾਣਾ ਚਾਹੁੰਦੇ ਸੀਗੇ, ਉਹਨਾਂ ਨੂੰ ਵੀ 4 ਪੁਲਿਸ ਵਾਲਿਆਂ ਨੇ ਧੱਕੇ ਦੇ ਨਾਲ ਬਾਹਰ ਕੱਢਿਆ ਔਰ ਪਿੱਛੇ 5 ਜਾਣੇ ਧੱਕੇ ਨਾਲ ਮੇਰੀ ਗੱਡੀ ਦੇ ਵਿੱਚ ਬੈਠ ਗਏ ਔਰ ਉਹਨਾਂ ਨੇ उसी टाइम मेरे मुंह पे क्या भी, मैडम आपने हमें परेशान करके रखा हुआ है, 5 जिलों की पुलिस लगा रखी है आपके लिए। और उन्होंने उसी टाइम फाटक खुलाता और ट्रक कट दिते और साडी गड्डी कट के इस तरीके नाल लग रहा सीगा जिवें सानू किडनैप कर लिया हुंदा आ पुलिस ने। बिकॉज कोई भी डेमोक्रेटिक कंट्री दे विच जे मेरे वास्ते कोई उन्हां को वारंट नहीं आ किसी भी तरीके दा कुछ भी, और बार बार उन्हां दे मूँह च इक्को गल सीगी कि तुहाडी सुरक्षा वास्ते कर रहे हैं, तुसीं सेफ नहीं हो। और मेरे नाल मेरा ड्राइवर सीगा, मैं सीगी और मेरे नाल पंजाबी सिंगर सीगा। असी बस असी कल्ले ही जा रहे सीगे, असी कोई काफले दे नाल नहीं जा रहे सीगे क्योंकि असी जिथे भी जाने कल्ले जाने और मैनू लगदा है कि सानू कोई सिक्योरिटी दी लोड़ नहीं, अपनी सिक्योरिटी असी खुद कर सकते हैं। तो असी जा रहे सीगे बड़े आराम दे नाल। मैनू सानू नहीं पता सीगा भी किस तरीके नाल पुलिस साडी मेरे फोन नू भी टैप कर रही है जां मेरी लोकेशनस नू भी टैप कर रही है। सो पुलिस कंटीन्यूसली लेके जाती रही बट सानू दस नहीं रही सी कि कित्थे लेके जा रही है। और हर एक जिला पास करवा के अगे PCR खड़िया रहिंदियां सीगियां, वो अगे लै जांदियां सीगियां। असी मतलब मैनू वॉशरूम करन वास्ते भी मैं बाहर रुकी सीगी, उदों भी मेरे वॉशरूम दे बाहर तक भी पुलिस खड़ी कीती हुई सीगी इन्हां ने। मैनू नहीं ये गल समझ लग रही सीगी कि ये मैनू क्यों रोकिया जा रहा लखीमपुर खीरी जाण वास्ते। और सब तो वड्डी गल ये है कि वो नहीं चाहते सीगे कि मैं लखीमपुर खीरी पहुंचा जां मैं स्टेज ते बोलां। पर जदों मैं लखीमपुर खीरी जदों मैनू इन्हां ने दिल्ली भी छड्ड नहीं रहे सीगे, कहंदे कि जिथे तुसीं जाओगे असीं तुहाडे नाल जावांगे। एंड ते मैं क्या मैं गाजीपुर बॉर्डर जाऊंगी। जदों मैं गाजीपुर बॉर्डर एंटर कीती पुलिस बाहर खड़ी सीगी पर उत्थे टकैत जी सीगे और मैं टकैत जी दा काफला रेडी सीगा लखीमपुर खीरी जाण वास्ते। ते मैं उन्हां नूं पूरी घटनाक्रम की सारिया गल्लां दसियां एंड मैं उन्होंने कहा कि मैं लखीमपुर खीरी जाना चाहनी हाँ। तो उन्होंने अपने काफले दे विच मेरी गड्डी लवाई बट वो मैनू लैके जरूर गए। बट लखीमपुर खीरी दे विच मैनू स्टेज दे उत्ते मैं नहीं बोली और ना बोलन दिता गया। जो वो चाहते सीगे वो होया। तो बाकी मैनू नहीं पता भी ये की है की नहीं है। तो बाकी जिहड़े मुद्दे ने मैं 3 बिल रद्द कराउण वास्ते हमेशा किसानां दी आवाज़ बुलंद करदी रहूँगी और हमेशा अपने किसानों के नाल खड़ी रहूँगी। अच्छा सोनिया, हुण अगला क्वेश्चन तुहानूं हरप्रमिंदर ने करना पर मैं एक गल जाननी चाहना हाँ कि तुहाडे पिता जी साडे मित्र साडे लीडर बलदेव मानधरा ने किसान जथेबंदियां 'च लंबा समा काम किया, बिल कराया, बिल्लां वाला घोल लड़िया, ਆਪਾਂ नौजवानों वास्ते बस कराया घोल भी लड़िया, बहुत कुछ किया सीगा। सानूं यादां ने उस सारे समय दियां तुहाडे नाल वो परंपरा नाल चली आ रही है कि जिहड़ी जथेबंदी जां संस्था किरती किसान यूनीयन भावें हुण 2-3 भागां 'च मैनूं पता वंडी हुई आ, ਉਹਦੇ ਕਿਸੇ ਗਰੁੱਪ ਵੱਲੋਂ ਤੁਹਾਨੂੰ ਓਨ ਕਰਕੇ ਪੂਰੀ ਮਦਦ ਮਿਲ ਰਹੀ ਆ ਜਾਂ ਤੁਹਾਨੂੰ ਕਿਤੇ ਲੱਗਦਾ ਹੈ ਕਿ ਕਿਰਤੀ ਕਿਸਾਨ ਯੂਨੀਅਨ ਜਿਹੜੀ ਬਲਦੇਵ ਮਾਨਧਰਾ ਨੇ ਹੀ ਉਹਦੀ ਫਾਊਂਡੇਸ਼ਨ ਰੱਖੀ ਸੀ ਉਹਦੇ ਮੈਂਬਰ ਤੁਹਾਡੇ ਨਾਲ ਸ਼ਾਨਾ ਪਛਾਨਾ ਖੜਦੇ ਆ ਜਾਂ ਕੋਈ ਤੁਹਾਨੂੰ ਉਹਦੇ ਤੇ ਇਤਰਾਜ਼ ਹੈ? ਮੇਰੇ ਨਾਲ ਉਹ ਖੜਦੇ ਸੀਗੇ ਬਟ ਜਿਹੜੀ ਲਖੀਮਪੁਰ ਵਾਲੀ ਘਟਨਾ ਹੋਈ ਜਿੱਦਣ ਮੈਨੂੰ ਰਾਤ ਨੂੰ 12:30 ਵਜੇ ਗ੍ਰਿਫਤਾਰ ਕੀਤਾ ਗਿਆ, ਉਸ ਟੌਪਿਕ ਦੇ ਉੱਤੇ ਨਾ ਕਿਸੇ ਨੇ ਮੁੱਦਾ ਚੁੱਕਿਆ ਨਾ ਕਿਸੇ ਨੇ ਗੱਲ ਕੀਤੀ और ना ही लखीमपुर दे विच मैनू किसी ने पूछा भी तू ठीक हाँ कि नहीं आ। मैनू किसी ने नहीं कोई गल पूछी और मैनू फिर मेरे मम्मा की गल याद आती सी उस टाइम के उत्ते कि जदों मेरे पापा नू मारिया सीगा ते मेरे पापा की मौत तो बाद मेरे मम्मा नू बहुत घट लोगों ने पूछा आके, मतलब मेरे पापा के बहुत क्लोज फ्रेंड्स आ जिन्होंने सानू मतलब मम्मा नू पूछा बिकॉज मेरे मम्मा की एज बहुत घट सी और मैं छोटी सी और मैं अज वो चीज़ देख रही थी कि लाइक अज मैं इस भोल दे विच हाँ, चलो मैनू इन्ना एक्सपीरियंस नहीं गा बट जिन्ना जो मेरे दिलों आंदा है जो मैनू किसी ने कोई सिखाया नहीं है ना, सच की लड़ाई वास्ते आवाज़ बुलंद करना सीखी हाँ मैं छोटे होंदियां तो, क्योंकि मैं पली बड़ी भगत सिंह बिलगा जी बिमला डांग ਉਹਨਾਂ ਦੇ ਨਾਲ है ना मेरा आना मम्मा लैके जाते थे जिथे भी देश भगत यादगार हॉल ਜਾਂ फिर गदरी बाबियां ने मेले ਦੇ ਵਿੱਚ जो मैं सीखी हाँ जो मैं थोड़ा बहुता सुनिया है ना, भी मैं नहीं कहती भी मैं लैनन की बुक पढ़ी है, मैं नहीं कहती भी मैं कार्ल मार्क्स की बुक पढ़ी है, बट मैं ये जरूर कहनी हाँ कि हाँ जो सिचुएशन आ उस टाइम के उत्ते और जो सिचुएशन दे विच मैनू लगदा भी ये सच है, मैं वो सच का साथ देनी हाँ उस मूवमेंट ऑफ टाइम के उत्ते। और मैनू इस चीज़ का रोस भी रहा
ਕਿ ਮੈਨੂੰ ਦਿਲੋਂ ਲੱਗਾ ਵੀ ਅੱਜ ਮੇਰੇ ਫਾਦਰ ਹੁੰਦੇ ਤੇ ਅੱਜ ਜ਼ਰੂਰ ਉਹ ਇਸ ਗੱਲ ਦੇ ਉੱਤੇ ਜ਼ਰੂਰ ਗੱਲ ਕਰਦੇ ਵੀ ਲਾਈਕ ਮੇਰੀ ਬੇਟੀ ਦੇ ਨਾਲ ਐਵੇਂ ਹੋਇਆ। ਕੁਛ ਵੀ ਹੋ ਸਕਦਾ ਸੀਗਾ ਮੇਰੇ ਨਾਲ, ਮੈਂ ਨਹੀਂ ਕਹਿੰਦੀ ਵੀ ਮੇਰੇ ਨਾਲ, ਕੱਲ ਨੂੰ ਕੋਈ ਹੋਰ ਕੁੜੀ, ਅੱਜ ਮੇਰੇ ਵੱਲ ਵੇਖ ਕੇ ਬਹੁਤ ਸਾਰੀਆਂ ਕੁੜੀਆਂ ਘਰੋਂ ਤੁਰੀਆਂ ਨੇ, ਨਿਕਲੀਆਂ ਨੇ ਘਰੋਂ ਬਾਹਰ, ਔਰ ਮੈਂ ਕਹਿੰਦੀ ਹਾਂ ਵੀ ਅੱਜ ਮੇਰੇ ਨਾਲ ਪੁਲਿਸ ਵਰਤਾਵ ਇਸ ਤਰੀਕੇ ਦੇ ਨਾਲ ਕਰ ਸਕਦੀ ਹੈ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਕਰ ਸਕਦੀ ਹੈ ਜੀ ਸੋਨੀਆ, ਕਿਉਂਕਿ ਵੈਸੇ ਮੈਂ ਤੁਹਾਨੂੰ ਟੋਕ ਕੇ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਿਹੜੇ ਸੰਘਰਸ਼ ਹੁੰਦੇ ਆ ਇਹ 'ਚ ਬੜੇ ਉਤਰਾਅ ਚੜਾਅ ਬੇਟਾ ਆਉਂਦੇ ਆ, ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੰਘਰਸ਼ੀਲ ਵਿਅਕਤੀ ਹੈ ਨਾ ਉਹ ਆਪਣਾ ਆਪ ਕੁਰਬਾਨ ਕਰਨ ਦੀ ਨੀਅਤ ਨਾਲ ਹੀ ਹੁੰਦਾ ਆ। ਨਿਰਾਸ਼ਾ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਤੁਸੀਂ ਸ਼ਬਦ ਵਰਤਿਆ ਰੋਸ ਕਰਨ ਦਾ ਸਮਾਂ ਨਹੀਂ ਹੈ ਇਸ ਵੇਲੇ। ਵੈਸੇ ਅਸੀਂ ਤੁਹਾਨੂੰ ਆਪਣੇ ਵੱਡੇ ਹੋਣ ਦੇ ਨਾਤੇ ਇਹੀ ਕਵਾਂਗੇ ਕਿ ਤੁਹਾਡਾ ਜਿਹੜਾ ਇਹ ਯੋਗਦਾਨ ਹੈ ਉਹਨੂੰ ਅਸੀਂ ਵੀ ਬੜੀਆਂ ਨਿਗਾਹਾਂ ਲਾ ਕੇ ਵੇਖ ਰਹੇ ਹਾਂ ਕਿ ਇੱਕ ਸਪਿਰਿਟ ਹੁੰਦੀ ਹੈ, ਇਨਕਲਾਬੀ ਸਪਿਰਿਟ ਜਿਹੜੀ ਖੂਨ 'ਚ ਹੁੰਦੀ ਆ, ਤੁਸੀਂ ਉਹਦਾ ਫਰਜ਼ ਨਿਭਾ ਰਹੇ ਹੋ ਤੇ ਇਹ ਤੇ ਕਿਸੇ ਤਰ੍ਹਾਂ ਵੀ ਰੋਸ ਵਿੱਚ, ਨਿਰਾਸ਼ਾ ਵਿੱਚ, ਗੁੱਸੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਜਿਹੜਾ ਆ ਉਹ ਲੱਗੇ ਕਿ ਇਹ ਸੋਨੀਆ ਕਿਸੇ ਇਨਕਲਾਬੀ ਦੀ ਧੀ ਜਿਹੜੀ ਆ ਉਹਨੇ ਇਸ ਤਰ੍ਹਾਂ ਦੀ ਗੱਲ ਕੀਤੀ ਆ। ਤੁਸੀਂ ਆਪਣੇ ਸਟੈਂਡ ਤੇ ਖੜੇ ਰਹਿਣਾ। ਔਰ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮਾਰਕਸਿਜ਼ਮ ਨਹੀਂ ਪੜ੍ਹਿਆ, ਲੈਨਨ ਨਹੀਂ ਪੜ੍ਹਿਆ, ਕੋਈ ਜ਼ਰੂਰੀ ਨਹੀਂ ਆ। ਸਾਡੇ ਕੋਲ ਬਹੁਤ ਸਾਰੇ ਹੀਰੋ ਨੇ, ਸਾਡੇ ਆਪਣੇ ਇਨਕਲਾਬੀ ਹੀਰੋ ਜਿਨ੍ਹਾਂ ਦੇ ਤੁਸੀਂ ਜ਼ਿਕਰ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਦਾ ਸਾਡੀ ਉੱਤੇ ਬਹੁਤ ਅਸਰ ਹੈ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਨਾਂ ਲਈਏ ਮੁੱਕਦੇ ਨਹੀਂ ਹੈ। ਸਾਨੂੰ ਜ਼ਰੂਰਤ ਨਹੀਂ ਆ ਮਾਰਕਸ ਦਾ ਜਾਂ ਉਹ ਸਿਧਾਂਤ ਉੱਤੇ ਹੀ ਖੜਿਆ ਰਹਿਣ ਦੀ। ਸਾਡੇ ਆਪਣੇ ਸਿਧਾਂਤ ਇੰਨੇ ਪਾਵਰਫੁਲ ਹੈ ਕਿ ਅਸੀਂ ਉਹਨਾਂ ਤੇ ਪਹਿਰਾ ਦੇ ਕੇ ਵੀ ਵੱਡੀਆਂ ਜੰਗਾਂ ਜਿੱਤੀਆਂ ਨੇ ਤੇ ਜਿੱਤਦੇ ਰਹਾਂਗੇ। ਹਾਂਜੀ, ਤੁਸੀਂ ਠੀਕ ਕਿਹਾ, ਬਟ ਮੈਨੂੰ ਜੋ ਲੱਗਾ ਉਹ ਸਿਚੁਏਸ਼ਨ ਵਾਈਜ਼ ਔਰ ਜੋ ਮੈਂ ਫੇਸ ਕੀਤਾ ਔਰ ਮੈਂ ਉਹ ਸਿਚੁਏਸ਼ਨ ਨੂੰ ਉਸ ਤਰੀਕੇ ਦੇ ਨਾਲ ਮੈਂ ਉਹ ਬਿਆਨ ਕੀਤਾ ਕਿਉਂਕਿ ਉੱਥੋਂ ਦੇ ਲੋਕੀ ਮੈਨੂੰ ਸੁਣਨਾ ਚਾਹੁੰਦੇ ਸੀਗੇ, ਉੱਥੋਂ ਦੇ ਲੋਕੀ ਚਾਹੁੰਦੇ ਸੀਗੇ ਕਿ ਮੈਂ ਗੱਲ ਕਰਾਂ ਉਹਨਾਂ ਦੇ ਨਾਲ। ਠੀਕ ਆ, ਮੈਨੂੰ ਉਸ ਗੱਲ ਦਾ ਵੀ ਰੋਸ ਨਹੀਂ ਕਿ ਠੀਕ ਆ ਜੋ ਵੀ ਹੈ, ਬਟ ਮੈਂ ਸਿਰਫ ਅੱਜ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਿਸਾਨ ਅੰਦੋਲਨ ਦੇ ਨਾਲ ਆ। ਮੈਂ 3 ਬਿੱਲ ਰੱਦ ਕਰਵਾਉਣਾ ਚਾਹੁੰਦੀ ਹਾਂ। ਭਾਵੇਂ ਬੀਜੇਪੀ ਦੇ ਵਿਰੋਧ ਦੇ ਵਿੱਚ ਕੋਈ ਵੀ ਇਨਸਾਨ ਅੱਜ ਕਿਸਾਨਾਂ ਦੇ ਨਾਲ ਖੜਾ ਹੁੰਦਾ ਆ 3 ਬਿੱਲ ਰੱਦ ਕਰਾਉਣ ਵਾਸਤੇ, MSP ਫਿਕਸ ਕਰਾਉਣ ਵਾਸਤੇ, ਮੈਂ ਉਹਦੇ ਨਾਲ ਖੜੀ ਰਹੂੰਗੀ। ਜੀ ਬਹੁਤ ਸ਼ੁਕਰੀਆ ਔਰ ਚੱਲਦੇ ਰਹਿਣਾ, ਬਿਲਕੁਲ ਚੱਲਦੇ ਰਹਿਣਾ। ਹਰਪ੍ਰਮਿੰਦਰ, ਅਗਲਾ ਸਵਾਲ ਤੁਸੀਂ ਕਰਨਾ ਜੀ ਹੁਣ ਸੋਨੀਆ ਨਾਲ। ਹਾਂਜੀ ਸੋਨੀਆ, ਮੈਂ ਹਰਪ੍ਰਮਿੰਦਰ ਤੈਨੂੰ ਕੁਐਸਚਨ ਪੁੱਛਣਾ। ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੂੰ ਇੱਕ ਹਿੰਦੁਸਤਾਨ ਦੇ ਵਿੱਚ ਬੜੀ ਤਗੜੀ ਇੱਕ ਕਿਸਾਨ ਅੰਦੋਲਨ ਦੇ ਵਿੱਚ ਇੱਕ ਮੋਹਰੀ ਭੂਮਿਕਾ ਜਿਹੜੀ ਆਪਣੀ ਨਿਭਾ ਰਹੀ ਹੈ। ਤੇਰਾ ਰੋਲ ਜਿਹੜਾ ਬਹੁਤ ਹੀ ਐਪਰੀਸ਼ੀਏਬਲ ਆ। ਅੱਜ ਸਾਡਾ ਦੋਸਤ ਸਾਥੀ ਬਲਦੇਵ ਸਿੰਘ ਮਾਨ, ਸ਼ਹੀਦ ਬਲਦੇਵ ਸਿੰਘ ਮਾਨ ਦਾ ਜੇ ਅੱਜ ਹੁੰਦਾ ਤੇ ਉਹਦਾ ਵੀ ਸੀਨਾ ਸਾਡੇ ਵਾਂਗਰ ਮਤਲਬ ਫੁੱਲਿਆ ਨਹੀਂ ਸੀ ਸਮਾਉਣਾ। ਜਿਸ ਤਰੀਕੇ ਨਾਲ ਤੂੰ ਆਪਣਾ ਰੋਲ ਪਲੇ ਕਰ ਰਹੀ ਹੈ, ਤੂੰ ਉਸ ਚਿੱਠੀ ਜਿਹੜੀ ਉਹਨੇ ਲਿਖੀ ਸੀ, ਜਿਹੜੀ ਕਿ ਤੂੰ ਤੇ ਉਦੋਂ ਕੁਝ ਦਿਨਾਂ ਦੀ ਸੀ ਜਦੋਂ ਬਲਦੇਵ ਸਿੰਘ ਮਾਨ ਨੇ ਆਖਰੀ ਚਿੱਠੀ ਆਪਣੀ ਬੇਟੀ ਨੂੰ ਲਿਖੀ ਸੀ ਕਿ ਬੇਟੀ ਤੂੰ ਇਸ ਸਮਾਜ ਦੇ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਨਾ ਬਣੀ, ਤੂੰ ਇੱਕ ਚੰਗਾ ਇਨਸਾਨ ਬਣੀ ਤੇ ਤੇਰਾ ਡੈਡ ਜਿਹੜਾ ਵਾ ਇੱਕ ਇਨਕਲਾਬੀ ਜੀਵਨ ਬਤੀਤ ਕਰ ਰਿਹਾ ਹੈ। ਇਸ ਇਨਕਲਾਬੀ ਲੜਾਈ ਦੇ ਵਿੱਚ ਉਹ ਕਿਸੇ ਟਾਈਮ ਵੀ ਸ਼ਹੀਦ ਹੋ ਸਕਦਾ ਹੈ, ਪਰ ਮੇਰੀ ਬੇਟੀ ਤੂੰ ਵੀ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੂੰ ਉਸ ਰਾਹ ਦੇ ਉੱਤੇ ਰਾਹ ਨੂੰ ਟੱਚ ਕਰ ਰਹੀ ਹੈ, ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਸਰੀ ਗੱਲ ਵਾ ਕਿ ਡਿਕਟੇਟਰਸ਼ਿਪ ਦੀ ਹਿੰਦੁਸਤਾਨ ਦੇ ਵਿੱਚ ਨੋ ਡਾਊਟ, ਜਿਸ ਤਰ੍ਹਾਂ ਤੁਸੀਂ ਕਿਹਾ, ਹਿੰਦੁਸਤਾਨ ਦੇ ਵਿੱਚ ਇਸ ਵੇਲੇ ਪੂਰੀ ਤਾਨਾਸ਼ਾਹੀ ਹੈ, ਡਿਕਟੇਟਰਸ਼ਿਪ ਆਪਣੀ ਬੀਜੇਪੀ ਦੀ, RSS ਦੀ ਡਿਕਟੇਟਰਸ਼ਿਪ ਆ। ਇਹ ਜਿਹੜੀ ਕਿਸਾਨ ਅੰਦੋਲਨ ਆ, ਕਿਸਾਨ ਅੰਦੋਲਨ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ, ਇਹਨਾਂ ਦੀਆਂ ਨੀਹਾਂ ਦੇ ਵਿੱਚ ਇੱਕ ਤਗੜਾ ਕਿੱਲ ਸਾਬਤ ਹੋਏਗੀ ਤੇ ਅਸੀਂ ਸਾਰਿਆਂ ਨੇ ਰਲ ਕੇ ਅਸੀਂ ਕਿਸਾਨ ਅੰਦੋਲਨ ਨੂੰ ਹੋਰ ਵੀ ਜ਼ਿਆਦਾ ਪ੍ਰਫੁੱਲਤ ਕਰਨਾ, ਇਹਨੂੰ ਹੋਰ ਵੀ ਸ਼ਕਤੀਸ਼ਾਲੀ ਕਰਨਾ ਵਾ। ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਸ਼ਕਤੀਸ਼ਾਲੀ ਹੋਏਗਾ। ਛੋਟੇ-ਮੋਟੇ ਰੋਸ ਜਾਂ ਛੋਟੇ-ਮੋਟੇ ਇਹਨਾਂ ਚੀਜ਼ਾਂ ਨੂੰ ਅਸੀਂ ਲਿਆਉਣਾ ਨਹੀਂ। ਘੋਲਾਂ ਦੇ ਵਿੱਚ ਜਿਸ ਤਰ੍ਹਾਂ ਹਰਜੀਤ ਸਿੰਘ ਜੀ ਹਰਾਂ ਨੇ ਕਿਹਾ ਵਾ ਕਿ ਘੋਲਾਂ ਦੇ ਵਿੱਚ ਬੜੇ ਉਤਰਾਅ ਤੇ ਬੜੇ ਚੜਾਅ ਆਉਂਦੇ ਹੁੰਦੇ ਆ ਤੇ ਇੱਥੋਂ ਆਪਾਂ ਡੋਲਣਾ ਨਹੀਂ ਇਸ ਗੱਲ ਤੋਂ। ਤੇ ਤੂੰ ਉਸੇ ਤਰੀਕੇ ਦੇ ਨਾਲ ਮਾਈ ਭਾਗੋ ਵਾਂਗਰ ਤੂੰ ਸਿਰ ਦੇ ਨਾਲ ਉਸ ਲੜਾਈ ਨੂੰ ਲੜਨਾ ਵਾ ਤੇ ਕਿਉਂਕਿ ਅਸੀਂ ਵਾਰਿਸ ਆ ਉਹਨਾਂ ਮਾਈ ਭਾਗੋ ਤੇ ਅਸੀਂ ਉਹ ਸਾਡੇ ਵਿਰਸੇ 'ਚ ਲਿਖਿਆ ਅਣਖ ਦੀ ਤੇ ਇਨਕਲਾਬੀ ਲੜਾਈ ਲੜਨੀ। ਤੇ ਸਾਨੂੰ ਆਸ ਆ ਕਿ ਤੂੰ ਕਦੀ ਥਿੜਕੇਂਗੀ ਨਹੀਂ ਤੇ ਤੂੰ ਆਪਣੀ ਜਿਹੜੀ ਆ ਲਾਈਫ ਜਿਹੜੀ ਆ ਜਿਸ ਤਰੀਕੇ ਦੇ ਨਾਲ ਤੂੰ ਆਪਣੀ ਕਰ ਰਹੀ ਹੈ, ਸਾਨੂੰ ਉੱਤੇ ਮਾਣ ਵੀ ਆ ਤੇ ਤੂੰ ਬਹੁਤ ਸੁਭਾਗੀ ਹੈ।
ਤੇਰਾ ਬਹੁਤ ਜ਼ਿਆਦਾ ਸੁਭਾਗ ਆ ਕਿ ਤੂੰ ਇਸ ਅੰਦੋਲਨ ਦੇ ਵਿੱਚ ਆਪਣੀ ਪਰਸਨਲ ਜਿਹੜੀ ਜ਼ਿੰਮੇਵਾਰੀ ਜਿਹੜੀ ਹੈ ਦੇ ਰਹੀ ਹੈ, ਆਪਣੀ ਪਰਸਨਲ ਜ਼ਿੰਮੇਵਾਰੀ ਨਿਭਾ ਰਹੀ ਹੈ। ਅਸੀਂ ਬੜੇ ਬਦਕਿਸਮਤ ਹਾਂ ਕਿ ਅਸੀਂ ਦੇਸਾਂ ਪ੍ਰਦੇਸਾਂ 'ਚ ਬੈਠੇ ਹਾਂ ਤੇ ਇਸ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਪਾਰਟਿਸਿਪੇਟ ਨਹੀਂ ਕਰ ਸਕੇ। ਸੋਨੀਆ, ਤੁਹਾਡੇ ਕਮੈਂਟ ਕੋਈ ਤੁਹਾਡੀ ਇੰਤਜ਼ਾਰ ਹੈ, ਤੁਹਾਡੇ ਕੋਈ ਕਮੈਂਟ ਜੋ ਹਰਪ੍ਰਮਿੰਦਰ ਨਾਲ ਕਿਹਾ ਆਇਆ ਤੁਸੀਂ ਸੁਣਿਆ? ਹਾਂਜੀ, ਥੈਂਕ ਯੂ ਅੰਕਲ। ਮੈਂ ਐਕਚੁਅਲੀ ਜੋ ਮੈਨੂੰ ਲੱਗਾ ਕਿ ਕਰਨਾ ਚਾਹੀਦਾ ਹੈ ਔਰ ਜੋ ਮੈਂ ਬਿੱਲ ਪੜ੍ਹੇ ਹੈ ਬਹੁਤ ਵਿਸਤਾਰ ਰੂਪੀ, ਔਰ ਮੈਨੂੰ ਲੱਗਾ ਵੀ ਇਹ ਬਿੱਲ ਸਾਡੇ ਕਿਸਾਨਾਂ ਵਾਸਤੇ ਸਹੀ ਨਹੀਂ ਗੇ, ਔਰ ਇਸ ਕਰਕੇ ਜਿਹੜੀ ਵੀ ਸੱਚ ਦੀ ਲੜਾਈ ਹੈ ਔਰ ਜੋ ਮੁੱਦੇ ਗਵਰਨਮੈਂਟ ਦੇ ਅਗੇਂਸਟ ਰੱਖਣੇ ਚਾਹੀਦੇ ਨੇ, ਮੈਂ ਉਹਨਾਂ ਵਾਸਤੇ ਹਮੇਸ਼ਾ ਆਪਣੀ ਆਵਾਜ਼ ਇਸੇ ਤਰੀਕੇ ਨਾਲ ਬੁਲੰਦ ਕਰਦੀ। ਚਲੋ, ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਅੱਗੇ ਚੱਲ ਕੇ ਇਸ ਸੰਘਰਸ਼ ਲਈ ਜਿਹੜਾ ਆਪਣਾ ਯੋਗਦਾਨ ਜਾਰੀ ਰੱਖੋਗੇ, ਨਿਰਾਸ਼ਤਾ ਨਹੀਂ ਆਉਣ ਦਿਓਗੇ। ਅੱਛਾ ਸੋਨੀਆ, ਥੋੜਾ ਜਿਹਾ ਆਪਾਂ ਪਿੱਛੇ ਵੱਲ ਝਾਤੀ ਮਾਰਦੇ ਹਾਂ। ਜਦੋਂ ਤੁਸੀਂ ਸ਼ੁਰੂ 'ਚ ਮੋਰਚੇ 'ਚ ਆਏ, ਕਈ ਤਰ੍ਹਾਂ ਦੇ ਸਵਾਲ ਲੋਕਾਂ ਨੇ ਉਠਾਏ, ਖਾਸ ਕਰਕੇ ਇੱਕ ਬੀਬੀ ਦੀ ਘਟਨਾ ਮੈਨੂੰ ਯਾਦ ਹੈ, ਉਸਨੇ ਬੜੀ ਵਾਹਿਯਾਤ ਗੱਲਾਂ ਕਹੀਆਂ ਸਾਡੇ ਵੀਰ ਬਲਦੇਵ ਮਾਨ ਵਾਸਤੇ, ਸ਼ਹੀਦ ਬਲਦੇਵ ਮਾਨ ਵਾਸਤੇ, ਤੇ ਉਹਦਾ ਬੜਾ ਜਵਾਬ ਜਿਹੜਾ ਸੀਗਾ ਉਹ ਸਾਡੇ ਇਲਾਕੇ 'ਚੋਂ ਮਿਲਿਆ ਉਹਨਾਂ ਨੂੰ, ਔਰ ਮੁੜ ਕੇ ਉਹਨਾਂ ਦਾ ਮੂੰਹ ਬੰਦ ਹੋਇਆ। ਤੁਸੀਂ ਸਾਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਭਾਵੇਂ ਤੁਸੀਂ ਦੱਸਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਸਿੱਖਿਆ ਦਿੱਤੀ ਗਈ ਸੀ ਕਿ ਸੱਚ ਨਾਲ ਖੜਨਾ ਆ ਤੇ ਆਪਣੇ ਪਿਤਾ ਜੀ ਦੇ ਜਿਹੜੇ ਛੱਡੇ ਨਿਸ਼ਾਨ ਆ ਉਹਨਾਂ ਦੇ ਉੱਤੇ ਚੱਲਦਿਆਂ ਹੋਇਆਂ ਅਗਲੀਆਂ ਪਲਾਂਘਾਂ ਪੁੱਟਣੀਆਂ ਨੇ, ਪਰ ਫਿਰ ਵੀ ਕਿਉਂਕਿ ਹਰ ਬੰਦੇ ਦਾ ਜ਼ਿੰਦਗੀ ਦਾ ਕੋਈ ਨਾ ਕੋਈ ਹੋਰ ਮਿਸ਼ਨ ਵੀ ਨਾਲ ਹੁੰਦੇ ਨੇ। ਜ਼ਿੰਦਗੀ ਜਿਉਣ ਲਈ ਕਈ ਰਾਹ ਅਪਣਾਉਣੇ ਪੈਂਦੇ ਨੇ, ਕੰਮਕਾਰ ਕਰਨੇ ਪੈਂਦੇ ਨੇ। ਹਰ ਇੱਕ 24 ਘੰਟੇ ਆਪਾਂ ਇਨਕਲਾਬੀ ਲੜਾਈਆਂ ਨਹੀਂ ਲੜ ਸਕਦੇ। ਜ਼ਿੰਦਗੀ ਜਿਉਣ ਲਈ ਕਈ ਕੁਝ ਹੋਰ ਜਿਹੜਾ ਆਸੇ-ਪਾਸੇ ਹੁੰਦਾ। ਤੁਸੀਂ ਕਿਸ ਤਰ੍ਹਾਂ ਆਪਣਾ ਸਾਰਾ ਕੁਝ, ਜਿਵੇਂ ਤੁਸੀਂ ਫਿਲਮ ਇੰਡਸਟਰੀ ਸੈਟਲ ਹੋ ਰਹੇ ਸੀ ਜਾਂ ਹੋ ਗਏ ਸੀਗੇ, ਉਸ ਤੋਂ ਬਾਅਦ ਵਾਪਸੀ ਕਰਨ ਦਾ ਜਿਹੜਾ ਤੁਹਾਡੇ ਫੁਰਨਾ ਆਇਆ, ਤੁਹਾਨੂੰ ਕਿਹੜੀ ਚੀਜ਼ ਨੇ ਖਾਸ ਕਰਕੇ ਝੰਜੋੜਿਆ ਤੇ ਕਿੱਦਾਂ ਤੁਸੀਂ ਵਾਪਸ ਪਰਤੇ ਇਸ ਇਨਕਲਾਬੀ ਲਹਿਰ ਵੱਲ? ਵੇਖੋ, ਮੈਂ ਜਦੋਂ ਇਹ ਬਿੱਲ ਮੇਰੇ ਅੰਦਰ ਹਮੇਸ਼ਾ ਤੋਂ ਹੀ ਰਹਿੰਦਾ ਸੀਗਾ, ਕਿਉਂਕਿ ਜਦੋਂ ਤੋਂ ਮੈਂ ਛੋਟੀ ਸੀਗੀ ਮੇਰੇ ਮੰਮਾ ਨੇ ਮੈਨੂੰ ਬਹੁਤ ਵਾਰੀ ਲੈਟਰ ਪਾਪਾ ਦੀ ਪੜ੍ਹਾਈ ਹੈ, ਕਿਉਂਕਿ ਮੇਰੇ ਮੰਮਾ ਨੇ ਦੂਜਾ ਵਿਆਹ ਨਹੀਂ ਕਰਾਇਆ। ਮੇਰੇ ਮੰਮਾ 19 ਇਅਰਸ ਦੇ ਸੀਗੇ ਜਦੋਂ ਪਾਪਾ ਦੀ ਡੈਥ ਹੋ ਗਈ ਸੀਗੀ, ਔਰ ਮੇਰੇ ਮੰਮਾ ਨੇ ਸਾਰੀ ਲਾਈਫ ਮੇਰੇ ਕਰਕੇ ਕੱਟੀ ਆ, ਔਰ ਮੇਰੇ ਮੰਮਾ ਦਾ ਪਾਪਾ ਨਾਲ ਪ੍ਰੋਮਿਸ ਸੀਗਾ ਕਿ ਉਹ ਮੈਨੂੰ ਹਮੇਸ਼ਾ ਉਹ ਲੈਟਰ ਦੇ ਅਕੋਰਡਿੰਗਲੀ ਹੀ ਵੱਡਿਆ ਕਰਨਗੇ ਔਰ ਉਹ ਹੀ ਪ੍ਰਿੰਸੀਪਲਸ ਤੇ ਵੈਲਿਊਜ਼ ਦੇਣਗੇ। ਔਰ ਜਿਹੜਾ ਮੈਨੂੰ ਐਕਟਿੰਗ ਦਾ ਸ਼ੌਂਕ ਪੈਦਾ ਹੋਇਆ ਉਹ ਗੁਰਸ਼ਰਨ ਭਾਜੀ ਦੇ ਪਲੇਸ ਦੇਖ ਕੇ ਔਰ ਇਨਕਲਾਬੀ ਨਾਟਕ ਦੇਖ ਕੇ ਮੈਨੂੰ ਲੱਗਾ ਵੀ ਇੱਕ ਕਲਾਕਾਰ ਬਹੁਤ ਤਰ੍ਹਾਂ ਦੇ ਇਮੋਸ਼ਨਸ ਬਿਆਨ ਕਰ ਸਕਦਾ ਆ। ਸੋ ਮੈਨੂੰ ਲੱਗਾ ਵੀ ਮੈਨੂੰ ਐਕਟਿੰਗ ਪ੍ਰੋਫੈਸ਼ਨ 'ਚ ਜਾਣਾ ਚਾਹੀਦਾ ਆ। ਔਰ ਮੈਨੂੰ ਯਾਦ ਹੈ ਕਿ ਮੇਰੀ ਪਹਿਲਾ ਨਾਟਕ ਮੈਂ ਦੇਸ਼ ਭਗਤ ਯਾਦਗਾਰ ਹਾਲ ਭਗਤ ਸਿੰਘ ਬਣ ਕੇ ਕੀਤਾ ਸੀਗਾ, ਐਂਡ ਉਦੋਂ ਮੇਰੇ ਸਾਰੇ ਪਾਪਾ ਦੇ ਫਰੈਂਡਸ ਨੇ ਕਿਹਾ ਸੀਗਾ ਕਿ ਅੱਜ ਸਾਨੂੰ ਸਾਡਾ ਬਲਦੇਵ ਮਿਲ ਗਿਆ। ਲਾਈਕ ਆਈ ਡੋਂਟ ਨੋ, ਮੈਂ ਆਪਣੇ ਪਾਪਾ ਨੂੰ ਕਦੀ ਦੇਖਿਆ ਨਹੀਂ, ਬਟ ਮੇ ਬੀ ਉਹਨਾਂ ਨੂੰ ਮੇਰੇ ਵਿੱਚ ਪਾਪਾ ਦੇਖਦੇ ਹੋਣ। ਔਰ ਅੱਜ ਵੀ ਕਈ ਗੱਲਾਂ ਦੇ ਵਿੱਚ ਮੇਰੇ ਪਾਪਾ ਦੇ ਜਿਹੜੇ ਪੁਰਾਣੇ ਫਰੈਂਡਸ ਆ ਉਹਨਾਂ ਨੂੰ ਲੱਗਦਾ ਹੈ ਵੀ ਲਾਈਕ ਮੈਂ ਪਾਪਾ ਨੂੰ ਬੋਡੀ ਲੈਂਗੁਏਜ ਆ ਮੇਰੀ, ਔਰ ਜਾਂ ਮੈਂ ਕਦੀ ਵਾਰੀ ਗੱਲ ਵੀ ਕਰਦੀ ਹਾਂ। ਸੋ ਮੇਰੇ ਮੰਮਾ ਨੂੰ ਬਹੁਤ ਟਾਈਮ ਲੱਗਦਾ ਹੈ ਕਿ ਤੂੰ ਪਿਓ ਵਰਗੀ ਆ। ਸੋ ਮੇਰੇ ਮੰਮਾ ਨੂੰ ਡਰ ਵੀ ਲੱਗਦਾ ਆ ਜਦੋਂ ਮੈਂ ਇਕੱਲੀ ਜਾਂਦੀ ਹਾਂ ਜਾਂ ਕਿਤੇ ਵੀ ਜਾਂਦੀ ਹਾਂ। ਸੋ ਹਰ ਇੱਕ ਮਾਂ ਨੂੰ ਡਰ ਲੱਗਦਾ ਹੈ। ਸੋ ਬਟ ਮੈਂ ਕਦੀ ਵੀ ਕੋਈ ਚੀਜ਼ ਸੋਚ ਕੇ ਨਹੀਂ ਕੀਤੀ ਕਿ ਮੈਂ ਅੱਜ ਕੀ ਮੇਰੇ ਕਰੀਅਰ ਦਾ ਕੀ ਹੋਊਗਾ ਜਾਂ ਮੇਰਾ ਅੱਗੇ ਕੀ ਕਰਨਾ ਆ। ਮੇਰਾ ਇਮੋਸ਼ਨਸਲੀ ਜੋ ਮੈਨੂੰ ਚੰਗਾ ਲੱਗਦਾ ਉਹ ਮੈਂ ਕਰਦੀ ਹਾਂ, ਔਰ ਮੈਨੂੰ ਠੀਕ ਲੱਗ ਰਿਹਾ ਸੀਗਾ ਕਿ ਮੈਂ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂ। ਉਹ ਮੈਂ ਕਰ ਰਹੀ ਸੀਗੀ ਔਰ ਹੁਣ ਤੱਕ ਕਰ ਰਹੀ ਹਾਂ ਔਰ ਅੱਗੇ ਵੀ ਕਰਦੀ ਰਹੂੰਗੀ। ਅੱਛਾ ਸੋਨੀਆ, ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹਾਂ ਕਿਉਂਕਿ ਤੁਹਾਡੇ ਪਾਪਾ ਨੇ ਜਿਹੜੇ ਸੰਘਰਸ਼ ਕੀਤੇ ਨੇ ਉਹਨਾਂ ਦਾ ਆਧਾਰ ਜਥੇਬੰਦੀਆਂ ਹੁੰਦੀਆਂ ਰਹੀਆਂ ਨੇ। ਜਥੇਬੰਦਕ ਤੌਰ ਤੇ ਸੰਘਰਸ਼ ਲੜਿਆ ਹੀ ਜਿੱਤਾਂ ਪ੍ਰਾਪਤ ਹੁੰਦੀਆਂ ਨੇ। ਇਕੱਲਾ ਵਿਅਕਤੀ ਕੋਈ ਵੀ ਬਹੁਤ ਵੱਡਾ ਨਹੀਂ ਹੁੰਦਾ, ਭਾਵੇਂ ਕੋਈ ਵੀ ਹੋਵੇ। ਤੁਹਾਨੂੰ ਕਿਤੇ ਮਹਿਸੂਸ ਹੁੰਦਾ ਹੈ ਕਿ ਜਥੇਬੰਦੀਆਂ ਨੂੰ ਤੁਹਾਨੂੰ ਨਾਲ ਲੈਣਾ ਚਾਹੀਦਾ ਜਾਂ ਤੁਸੀਂ ਜਥੇਬੰਦੀ ਕਿਸੇ ਦੇ ਵਿੱਚ ਸ਼ਾਮਲ ਹੋ ਕੇ ਅਗਰ ਇਹ ਸੰਘਰਸ਼ ਨੂੰ ਅੱਗੇ ਕਰੋ ਤੇ ਜ਼ਿਆਦਾ ਬਿਹਤਰ ਹੋਏਗਾ, ਜਾਂ ਇੰਡੀਵਿਜੂਅਲ ਲੜਾਈ ਜਿਹੜੀ ਆ ਇੰਡੀਵਿਜੂਅਲ ਲੈਵਲ ਤੇ ਤੁਹਾਡੇ ਜਿੰਨੇ ਮਰਜ਼ੀ ਵਿਚਾਰ ਖਰੇ ਸੁੱਚੇ ਉੱਚੇ ਹੋਣ ਤੇ ਉਹ ਜਿਹੜੀ ਆਵਾਜ਼ ਆ ਉਹ ਸ਼ਾਇਦ ਉਸ ਤਰ੍ਹਾਂ ਨਹੀਂ ਪਹੁੰਚਦੀ ਜਿੱਦਾਂ ਜਥੇਬੰਦਕ ਰੂਪ 'ਚ ਪਹੁੰਚਦੀ ਆ। ਤੇ ਇਹਦਾ ਸਿਹਰਾ ਵੀ ਕਈ ਵਾਰ ਲੀਡਰ ਨੂੰ ਤਾਂ ਹੀ ਮਿਲਦਾ ਕਿਉਂਕਿ ਉਹਦੇ ਪਿੱਛੇ ਇੱਕ ਜਥੇਬੰਦੀ ਹੁੰਦੀ ਆ, ਇੱਕ ਤਾਕਤ ਹੁੰਦੀ ਆ। ਤੁਹਾਨੂੰ ਕਿਤੇ ਲੱਗਦਾ ਹੈ ਕਿ ਜਿਹੜੀਆਂ ਆਰਗੇਨਾਈਜੇਸ਼ਨ ਤੁਹਾਡੇ ਪਾਪਾ ਨੇ ਬਣਾਈਆਂ ਸੀਗੀਆਂ ਉਹਨਾਂ 'ਚੋਂ ਕਿਸੇ ਇੱਕ ਨੂੰ ਚੁਣ ਕੇ, ਚਾਹੇ ਉਹ ਤੁਸੀਂ ਕਿਉਂਕਿ ਕਲਾ ਦੇ ਖੇਤਰ 'ਚੋਂ ਸਾਹਿਤਕ ਤੌਰ ਤੇ ਜਾਂ ਕਿਸੇ ਐਸੀ ਸੰਸਥਾ ਨੂੰ ਜਿਹੜੀ ਮਜ਼ਦੂਰਾਂ ਦੀ ਕਿਸਾਨਾਂ ਦੀ ਅਗਵਾਈ ਕਰਦੀ ਆ ਉਹਦੇ ਨਾਲ, ਜਾਂ ਕੋਈ ਹੋਰ ਐਸੀ ਸੰਸਥਾ
ਜਿਹਦਾ ਮਤਲਬ ਬਹੁਤ ਪੱਕੀ ਸ਼ਖਸੀਅਤ ਸਨ ਬਲਦੇਵ ਮਾਨ ਦੀ। ਅਸੀਂ ਤੁਹਾਨੂੰ ਕੋਈ ਉਹਨਾਂ ਬਾਰੇ ਜ਼ਿਆਦਾ ਦੱਸ ਨਹੀਂ ਸਕਦੇ ਕਿਉਂਕਿ ਤੁਸੀਂ ਪਲੇ ਪੜੇ ਹੀ ਉਹਨਾਂ ਦੀ ਜਿਹੜੀ ਉਹਨਾਂ ਦੀ ਯਾਦ ਹੈ ਉਹਦੇ ਛਤਰਛਾਇਆ ਪਲੇ ਹੋ, ਤੁਹਾਨੂੰ ਸਾਡੇ ਤੋਂ ਬਿਹਤਰ ਪਤਾ ਹੈ। ਸੋ ਤੁਹਾਨੂੰ ਨਹੀਂ ਲੱਗਦਾ ਕਿ ਜੇ ਆਪਾਂ ਇਕੱਲੇ ਲੜਾਂਗੇ ਤੇ ਕਿਤੇ ਨਾ ਕਿਤੇ ਨਿਰਾਸ਼ਤਾ ਦਾ ਮਾਹੌਲ ਜਿਹੜਾ ਉਹ ਆ ਜਾਂਦਾ ਹੈ? ਕਿ ਕਿਸੇ ਜਥੇਬੰਦੀ ਨੂੰ ਥੋੜ੍ਹੀ ਬਹੁਤੀ ਵਿਚਾਰਾਂ ਦੇ ਮਤਭੇਦ ਹੋ ਸਕਦੇ ਆ, ਉਹਨੂੰ ਓਨ ਕਰਕੇ ਜਾਂ ਜਥੇਬੰਦੀ ਦੇ ਵਿੱਚ ਜਾ ਕੇ ਆਪਾਂ ਆਪਣੀ ਆਵਾਜ਼ ਕਰੀਏ ਤੇ ਉਹ ਜ਼ਿਆਦਾ ਸਟਰੋਂਗ ਔਰ ਉਹਦਾ ਜ਼ਿਆਦਾ ਅਸਰ ਹੋ ਸਕਦਾ? ਵੇਖੋ ਜੀ, ਮੇਰੇ ਖੁਦ ਦੇ ਆਪਣੇ ਵਿਚਾਰ ਆ ਔਰ ਮੇਰੇ ਖੁਦ ਦੇ ਜਿਹੜੇ ਮੇਰੇ ਵਿਚਾਰ ਆ, ਮੈਂ ਆਪਣੇ ਵਿਚਾਰਾਂ ਦੇ ਅਕੋਰਡਿੰਗਲੀ ਚੱਲਦੀ ਆ ਹਮੇਸ਼ਾ ਜੀ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ। ਔਰ ਮੈਂ ਉਸ ਚੀਜ਼ ਦਾ ਨਿਚੋੜ ਕੱਢ ਕੇ ਚੱਲਦੀ ਆ ਵੀ ਜੋ ਮੈਨੂੰ ਠੀਕ ਲੱਗਦਾ ਆ, ਹਨਾ। ਮੈਂ ਹਰ ਇੱਕ ਜਥੇਬੰਦੀ ਦੇ ਆਪਣੇ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ ਔਰ ਮੇਰੀ ਪਾਪਾ ਦੀ ਜਥੇਬੰਦੀ ਦੇ ਆਪਣੇ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਹੋਣਗੇ ਔਰ ਉਹਨਾਂ ਦੀ ਜਥੇਬੰਦੀ ਦੇ ਨਾਲ ਉਹ ਲੋਕੀ ਜੁੜੇ ਹੋਣਗੇ ਜਿਨ੍ਹਾਂ ਦੀ ਉਹ ਸੋਚ ਹੋਊਗੀ ਔਰ ਉਹ ਸੋਚ ਦੇ ਨਾਲ ਚੱਲਦੇ ਹੋਣਗੇ। ਸੋ ਮੇਰੀ ਆਪਣੀ ਇੱਕ ਸੋਚ ਆ ਔਰ ਮੇਰੀ ਆਪਣੀ ਸੋਚ ਦੇ ਅਕੋਰਡਿੰਗਲੀ ਮੈਂ ਹਜੇ ਤੱਕ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਜਥੇਬੰਦੀ ਬਣਾਉਂਗੀ ਜਾਂ ਮੈਂ ਜਥੇਬੰਦੀ ਜੁਆਇਨ ਕਰੂੰਗੀ। ਮੇਰੇ ਪਾਪਾ ਦੀ ਜਥੇਬੰਦੀ ਸੀਗੀ, ਉਹ ਮੈਨੂੰ ਬਹੁਤ ਵਾਰੀ ਕਿਹਾ ਕਿ ਮੈਂ ਉਹਨੂੰ ਜੁਆਇਨ ਕਰਾਂ ਔਰ ਇਨਫੈਕਟ ਜਿਹੜੀ ਕੀਤੀ ਕਿਸਾਨ ਯੂਨੀਅਨ, ਜਿਹੜੇ ਮੇਰੇ ਪਾਪਾ ਦੇ ਪੁਰਾਣੇ ਸਾਥੀ ਨੇ, ਉਹਨਾਂ ਨੇ ਵੀ ਮੈਨੂੰ ਕਿਹਾ ਹਮੇਸ਼ਾ ਝੰਡਾ ਚੱਕਣ ਵਾਸਤੇ। ਬਟ ਮੈਂ ਹਜੇ ਤੱਕ ਕਿਸੇ ਵੀ ਜਥੇਬੰਦੀ ਦਾ ਕੋਈ ਝੰਡਾ ਨਹੀਂ ਚੱਕਿਆ ਸੀਗਾ ਬਿਕਾਜ਼ ਮੈਂ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ ਤੇ ਜਾਂ ਐਕਟਰਸ ਦੇ ਤੌਰ ਦੇ ਉੱਤੇ ਜੋ ਮੈਨੂੰ ਲੱਗਦਾ ਸੀਗਾ ਮੈਂ ਕਰ ਰਹੀ ਸੀਗੀ। ਕਿਉਂਕਿ ਜਥੇਬੰਦਿਕ ਹੋਣ ਦੇ ਨਾਲ ਤੁਹਾਡੀ ਤੋਂ ਰਿਸਪੌਂਸਿਬਿਲਿਟੀਜ਼ ਬਹੁਤ ਜ਼ਿਆਦੀਆਂ ਹੋ ਜਾਂਦੀਆਂ, ਤੁਹਾਨੂੰ ਜਵਾਬਦਾਰੀ ਦੇਣੀ ਪੈਂਦੀ ਹੈ ਔਰ ਤੁਹਾਨੂੰ ਮੀਟਿੰਗ ਦੇ ਵਿੱਚ ਬਹਿਣਾ ਪੈਂਦਾ ਜਾਂ ਫਿਰ ਜਿਸ ਤਰੀਕੇ ਦੇ ਵੀ ਕੁਐਸਚਨਸ ਆਨਸਰਸ ਹੁੰਦੇ ਨੇ, ਰਾਈਟ। ਸੋ ਮੈਨੂੰ ਇਹ ਲੱਗਾ ਕਿ ਲਾਈਕ ਰਾਈਟ ਨਾਓ ਮੇਰੀ ਥਿੰਕਿੰਗ ਸ਼ਾਇਦ ਕੁਛ ਹੋਰ ਆ ਜਾਂ ਮੇਰੀ ਥਿੰਕਿੰਗ ਜਿੰਨੀ ਕੋ ਉਹਨਾਂ ਨਾਲ ਮਿਲਦੀ ਆ ਉਸ ਹਿਸਾਬ ਨਾਲ ਚੱਲਦੀ ਆ। ਜੋ ਮੈਨੂੰ ਸਹੀ ਲੱਗਦਾ ਆ ਉਹ ਮੈਂ ਬੋਲਦੀ ਆ, ਜੋ ਮੇਰੇ ਦਿਲ ਤੋਂ ਆਵਾਜ਼ ਆਉਂਦੀ ਹੈ। ਕਿਉਂਕਿ ਮੈਂ ਅੱਜ ਵੀ ਜਿਵੇਂ ਕੋਈ ਵੀ ਮੁੱਦਾ ਹੋਵੇ ਜੇ ਉੱਤੇ ਮੈਨੂੰ ਬਿਆਨ ਦੇਣੇ ਹੋਣ, ਮੈਨੂੰ ਸਹੀ ਲੱਗਦਾ ਮੈਂ ਬੋਲ ਦਿੰਦੀ, ਭਾਵੇਂ ਮੈਂ ਬਹੁਤ ਸਾਰੀਆਂ ਕੰਟਰੋਵਰਸੀਜ਼ ਦੇ ਵਿੱਚ ਘਿਰ ਜਾਂਦੀ ਹਾਂ ਉਹ ਜਵਾਬ ਦੇਣ ਤੋਂ ਬਾਅਦ, ਪਰ ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਤੋਂ ਮੈਂ ਕੁਛ ਨਾ ਕੁਛ ਸਿੱਖੂੰਗੀ ਹੌਲੀ ਹੌਲੀ। ਸੋ ਮੈਂ ਆ ਦੇਖੂੰਗੀ ਜੇ ਮੈਂ ਜਥੇਬੰਦੀ ਬਣਾਉਣੀ, ਮੈਨੂੰ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਥੇਬੰਦਿਕ ਹੋਣਾ ਬਹੁਤ ਜ਼ਰੂਰੀ ਹੈ ਔਰ ਮੈਂ ਮਾਈ ਭਾਗੋ ਚੈਰਿਟੀ ਸਟਾਰਟ ਕੀਤੀ ਹੈ ਇੱਥੋਂ ਹੀ ਸਿੰਘੂ ਵਾਟਰ ਤੋਂ ਔਰ ਮੈਂ ਲੈਟਸ ਐਜੂਕੇਟ ਪੰਜਾਬ ਮੂਵਮੈਂਟ ਸਟਾਰਟ ਕੀਤੀ ਹੈ ਔਰ ਲੈਟਸ ਐਜੂਕੇਟ ਪੰਜਾਬ ਮੂਵਮੈਂਟ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਜ਼ ਬਣਾਉਣ ਬਾਰੇ ਸੋਚਿਆ ਹੈ। ਜਿਹੜੀ ਫਰਸਟ ਲਾਇਬ੍ਰੇਰੀ ਮੈਂ ਮੋਹਾਲੀ ਦੀ ਪ੍ਰੈਸ ਨੂੰ ਵੀ ਪ੍ਰੈਸ ਕਲੱਬ ਨੂੰ ਡੋਨੇਟ ਕੀਤੀ ਹੈ। ਸੋ ਮੇਰੇ ਖੁਦ ਦੇ ਕੁਛ ਆਈਡੀਆਜ਼ ਨੇ ਜਿਨ੍ਹਾਂ ਤੇ ਮੈਂ ਕੰਮ ਕਰ ਰਹੀ ਹਾਂ ਔਰ ਜਿਨ੍ਹਾਂ ਤੇ ਮੈਂ ਕੰਮ ਕਰਨਾ ਚਾਹੁੰਦੀ ਔਰ ਮੈਂ ਕਰੂੰਗੀ ਅੱਗੇ ਜਾ ਕੇ। ਸੋ ਆਈ ਵੁੱਡ ਲਾਈਕ ਟੂ ਮੇਕ ਮਾਈ ਓਨ ਜਥੇਬੰਦੀ ਔਰ ਮੇਰੇ ਖੁਦ ਦੇ ਯੂਥ ਫਰੈਂਡਸ ਜਿਹੜੀ ਮੇਰੀ ਵਿਚਾਰਧਾਰਾ ਦੇ ਨਾਲ ਚੱਲਣਗੇ ਜਾਂ ਮੇਰੀ ਸੋਚ ਨਾਲ ਔਰ ਜਿਨ੍ਹਾਂ ਦੀ ਸਾਡੀ ਆਪਣੀ ਨਿਊ ਜਨਰੇਸ਼ਨ ਦੀਆਂ ਗੱਲਾਂ ਜਿਹੜੀਆਂ ਮੈਚ ਖਾਣਗੀਆਂ। ਅੱਛਾ, ਹਰਪ੍ਰਵਿੰਦਰ ਕੁਝ ਪੁੱਛਣਾ ਚਾਹ ਰਹੇ ਆ? ਹਾਂਜੀ ਸੋਨੀਆ, ਚਲੋ ਬੜਾ ਚੰਗਾ ਲੱਗਾ ਤੇਰੇ ਨਾਲ ਗੱਲ ਕਰਕੇ। ਤੂੰ ਬੜੇ ਤੇਰੇ ਵਿਚਾਰ ਜਿਹੜੇ ਚੰਗੇ ਨਰੋਏ ਤੇ ਬੜੇ ਸਾਫ਼ ਸੁਥਰੇ ਨੇ। ਬੜਾ ਸੋਹਣੇ ਤਰੀਕੇ ਨਾਲ ਤੂੰ ਆਪਣਾ ਸਾਰਾ ਕੁਝ ਬਿਆਨ ਕੀਤਾ, ਆਪਣਾ ਟੀਚਾ ਬਿਆਨ ਕੀਤਾ ਕਿ ਮੈਂ ਕਿਸ ਤਰੀਕੇ ਨਾਲ ਵਿਚਰਨਾ ਚਾਹੁੰਦੀ ਹਾਂ ਆਪਣੇ ਕਿਸੇ ਵੀ ਸੰਘਰਸ਼ ਦੇ ਵਿੱਚ। ਉਹ ਬੜਾ ਵਧੀਆ ਐਪਰੀਸ਼ੀਏਬਲ ਆ। ਪਰ ਫਿਰ ਵੀ ਅਸੀਂ ਤੈਨੂੰ ਇਹ ਗੱਲ ਕਵਾਂਗੇ ਕਿ ਤੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਡਿਸਪਲਿਨ ਫੋਰਸ ਦੇ ਤੌਰ ਤੇ ਇੱਕ ਤੇ ਇਸ ਸੰਘਰਸ਼ ਦੇ ਵਿੱਚ ਵਿਚਰ। ਅਸੀਂ ਚਾਹੁੰਦੇ ਹਾਂ ਕਿ ਤੇਰਾ ਜਿਹੜਾ ਹੋਰ ਵੀ ਜਿਹੜਾ ਕੱਦ ਜਿਹੜਾ ਇਹਦੇ ਵਿੱਚ ਉੱਚਾ ਹੋਵੇ ਕਿ ਕਿਉਂਕਿ ਕਿਸੇ ਵੀ ਆਰਗੇਨਾਈਜੇਸ਼ਨ 'ਚ ਰਹਿ ਕੇ ਅਸੀਂ ਕੁਝ ਡਿਸਪਲਿਨਡ ਫੋਰਸ ਵਜੋਂ ਹੀ ਉੱਭਰਦੇ ਹਾਂ ਤੇ ਸਾਡਾ ਉਹ ਬੜਾ ਜ਼ਰੂਰੀ ਆ। ਕੋਈ ਐਕਸ਼ਨ ਜਿਹੜਾ ਵਾ ਉਹ ਵੀ ਜਿਹੜਾ ਵਾ ਡਿਸਪਲਿਨ ਵਾਈਜ਼ ਹੋਏਗਾ ਤੇ ਉਹ ਬਹੁਤ ਵਧੀਆ ਰਹਿੰਦਾ ਵਾ। ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਇਸ ਸੰਘਰਸ਼ ਦੀ ਮੋਹਰੀਆਂ ਸਫਾਂ ਦੇ ਵਿੱਚ ਆਣ ਕੇ ਲੜੇਂਗੀ ਤੇ ਸਾਨੂੰ ਮਾਣ ਵਾ ਤੇਰੇ ਉੱਤੇ, ਤੇਰੇ ਖੂਨ ਤੇ ਮਾਣ ਵਾ, ਤੇਰੀ ਵਿਰਾਸਤ ਤੇ ਮਾਣ ਆ ਕਿ ਤੂੰ ਆਪਣੇ ਡੈਡ ਦੇ ਪੂਰਨਿਆਂ ਦੇ ਉੱਤੇ ਚੱਲੇਂਗੀ ਜ਼ਰੂਰ। ਥੈਂਕ ਯੂ। ਹਾਂ ਸੋਨੀਆ, ਹਾਂਜੀ ਸੋਨੀਆ, ਅਸੀਂ ਬੰਦ ਨਹੀਂ ਕੀਤਾ ਅਜੇ। ਉਹਨਾਂ ਥੈਂਕ ਯੂ ਕਹਿ ਕੇ ਇਹਦਾ ਮਤਲਬ ਬੰਦ ਨਹੀਂ ਕੀਤਾ। ਮੈਂ ਕੁਐਸਚਨ ਕਰਦਾ ਕਿਉਂਕਿ ਉਹਨਾਂ ਨੇ ਵੱਡੇ ਹੋਣ ਦੇ ਨਾਤੇ ਤੁਹਾਨੂੰ ਇੱਕ ਪ੍ਰੇਰਨਾ ਵਾਲੀ ਗੱਲ ਜਾਂ ਉਹਨਾਂ ਨੇ ਆਪਣੇ ਮਨ ਦੇ ਭਾਵ ਦੱਸਿਆ। ਅੱਛਾ ਸੋਨੀਆ, ਮੈਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦਾ ਵਾਂ ਕਿਉਂਕਿ ਆਪਾਂ ਸਾਰੇ ਜਣੇ, ਮੈਂ ਵੀ ਤੁਹਾਡੇ ਵਰਗਿਆਂ 'ਚ ਸ਼ਾਮਲ ਹਾਂ। ਮੈਂ ਬਹੁਤ ਜ਼ਿਆਦਾ ਮਾਰਕਸਿਜ਼ਮ ਨਹੀਂ ਪੜ੍ਹਿਆ, ਕੋਈ ਲੈਲਨ ਦੀਆਂ ਬੁੱਕਸ ਨਹੀਂ ਪੜ੍ਹੀਆਂ, ਥੋੜ੍ਹਾ ਬਹੁਤ ਜ਼ਰੂਰ ਲਿਟਰੇਚਰ ਪੜ੍ਹਿਆ ਹੋਇਆ ਔਰ ਆਪਣੇ ਇਹਨਾਂ ਵੱਡੇ ਵੀਰਾਂ ਤੋਂ ਸੇਧ ਲੈ ਕੇ ਥੋੜ੍ਹਾ ਬਹੁਤਾ ਪ੍ਰੋਗਰੈਸਿਵ ਸੋਚ ਦਾ ਧਾਰਨੀ ਜ਼ਰੂਰ ਹੈ। ਮੈਂ ਤੁਹਾਡੇ ਕੋਲੋਂ ਇਹ ਜਾਣਨ ਦਾ ਇਸ਼ਕ ਹੈਗਾ ਅੱਗੇ ਚੱਲ ਕੇ ਕਿ
ਤੁਸੀਂ ਆਪਣੇ ਤੌਰ ਤੇ ਜਿਸ ਤਰ੍ਹਾਂ ਲੜਾਈ ਕਹਿੰਦੇ ਹੋ ਲੜਨਾ ਚਾਹੁੰਦੇ ਆ, ਇੱਕ ਸੰਸਥਾ ਵੀ ਬਣਾ ਰਹੇ ਹੋ ਤੁਸੀਂ ਚੈਰਿਟੀ ਵਾਲੀ ਜਾਂ ਜਿਸ ਤਰੀਕੇ ਦੀ ਵੀ NGO ਟਾਈਪ ਆਰਗੇਨਾਈਜੇਸ਼ਨ ਚੱਲਦੀਆਂ ਨੇ, ਤੁਸੀਂ ਜਿਹੜਾ ਸਿਸਟਮ ਹੈ ਭਾਰਤ ਦਾ ਮੌਜੂਦਾ ਸਿਸਟਮ ਹੈ, ਤੁਸੀਂ ਇਹਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਇਹਨੂੰ ਕਿਸੇ ਤਰ੍ਹਾਂ ਦੀ ਡੈਮੋਕ੍ਰੇਸੀ ਦਾ ਨਾਂ ਦਿੱਤਾ ਜਾ ਸਕਦਾ ਜਾਂ ਇਹ ਮਤਲਬ ਕਿਹੜਾ ਸ਼ਬਦ ਹੈ ਜਿਹੜਾ ਇਸ ਵੇਲੇ, ਕਿਉਂਕਿ ਨਾ ਹੀ ਇਹਨੂੰ ਡਿਕਟੇਟਰਸ਼ਿਪ ਕਹਿ ਸਕਦੇ ਆ, ਨਾ ਜੇ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਕਿ ਕੋਈ ਇੱਕ ਧਰਮ ਆਧਾਰਿਤ ਰਾਜਨੀਤੀ ਦਾ ਪਕੜ ਹੀ ਹੋ ਗਈ, ਉੱਥੇ ਕੋਸ਼ਿਸ਼ਾਂ ਹੋ ਰਹੀਆਂ ਹੋਣਗੀਆਂ। ਜਿਹੜਾ ਮੌਜੂਦਾ ਸਟਰਕਚਰ ਆ, ਤੁਹਾਡੀ ਸਮਝ ਉਹਦੇ ਬਾਰੇ ਕੀ ਆ ਵੀ ਇਹ ਸਟਰਕਚਰ ਹੈ ਕੀ ਭਾਰਤ ਦਾ ਇਸ ਵੇਲੇ? ਭਾਰਤ ਦਾ ਸਟਰਕਚਰ ਮਿਲਿਆ ਜੁਲਿਆ ਆ, ਜਿਹਦੇ ਵਿੱਚ ਡੈਮੋਕ੍ਰੇਸੀ ਦੇ ਡਿਕਟੇਟਰਸ਼ਿਪ ਦੇ ਨਾਮ ਦੇ ਉੱਤੇ ਡੈਮੋਕ੍ਰੇਸੀ ਦਾ ਇਹਨਾਂ ਨੇ ਨਾਮ ਦਿੱਤਾ ਹੋਇਆ ਹੈ ਕਿ ਡੈਮੋਕ੍ਰੇਟਿਕ ਕੰਟਰੀ ਆ, ਬਟ ਹੈਗੀ ਡਿਕਟੇਟਰਸ਼ਿਪ ਆ। ਜਿਹੜਾ ਮੰਤਰੀ ਬਣ ਜਾਂਦਾ ਆ ਜਾਂ ਉਹਦਾ ਮੁੰਡਾ ਹੁੰਦਾ ਆ, ਮਤਲਬ ਇਨ ਦ ਸੈਂਸ ਕਿ ਫੈਮਿਲੀ ਟਰੀਜ਼ ਬਣਦੇ ਰਹਿੰਦੇ ਨੇ, ਅੱਗੇ ਅੱਗੇ ਉਹਦਾ ਮੁੰਡਾ ਇਲੈਕਸ਼ਨ ਲੜਦਾ ਰਹਿੰਦਾ ਆ। ਉਸੇ ਤਰੀਕੇ ਨਾਲ ਇਹ ਜ਼ਿਲ੍ਹਾ ਭਰ ਜ਼ਿਲ੍ਹਾ ਲੋਕਾਂ ਨੂੰ ਲੁੱਟਦੇ ਰਹਿੰਦੇ ਨੇ, ਮਾਈਨਿੰਗ ਦਾ ਬਿਜ਼ਨਸ, ਸ਼ਰਾਬਾਂ ਦਾ ਬਿਜ਼ਨਸ, ਲੁੱਟ ਖੋਹ, ਲੋਕਾਂ ਨੂੰ ਬੇਵਕੂਫ ਬਣਾਉਣਾ, ਇਲੈਕਸ਼ਨ ਦੇ ਟਾਈਮ ਦੇ ਉੱਤੇ ਆ ਕੇ ਸੜਕਾਂ ਬਣਾ ਦੇਣੀਆਂ, ਗਲੀਆਂ ਬਣਾ ਦੇਣੀਆਂ, ਲੋਕਾਂ ਦੇ ਵਿੱਚ ਸ਼ਰਾਬ ਵੰਡਣੀ, ਜੋ ਵੀ ਕਰਨਾ, ਮਤਲਬ ਫੁੱਲ ਔਨ ਕਰਪਸ਼ਨ। ਔਰ ਉਹਨਾਂ ਦੇ ਕੰਮ ਹੁੰਦੇ ਆ, ਜਿਨ੍ਹਾਂ ਦੀ ਪਹੁੰਚ ਹੁੰਦੀ ਆ, ਜਿਹਨੇ ਕੋਈ ਕੰਮ ਕਰਾਉਣਾ ਹੁੰਦਾ ਉਹ ਪੈਸੇ ਦੇ ਕੇ ਕੰਮ ਕਰਾਉਂਦਾ ਆ। ਸੋ ਮੈਂ ਬਹੁਤ ਸਟ੍ਰੇਟ ਫਾਰਵਰਡ ਆ, ਮੇਰੀਆਂ ਗੱਲਾਂ ਬਹੁਤ ਚੁੱਭਦੀਆਂ ਲੋਕਾਂ ਨੂੰ, ਬਟ ਮੈਂ ਸੱਚ ਬੋਲਦੀ ਆ। ਔਰ ਮੈਨੂੰ ਸਾਰੇ ਕਹਿੰਦੇ ਆ ਵੀ ਤੂੰ ਇੰਨਾ ਸਟ੍ਰੇਟ ਫਾਰਵਰਡ ਨਾ ਬੋਲਿਆ ਕਰ, ਬਟ ਮੈਂ ਬੋਲਦੀ ਆ ਕਿਉਂਕਿ ਮੈਨੂੰ ਇਹ ਸਿਸਟਮ ਦੇ ਵਿੱਚ ਬੁਰਾਈਆਂ ਲੱਗਦੀਆਂ ਨੇ। ਔਰ ਇਹ ਸਿਸਟਮ ਦੇ ਵਿੱਚ ਆਪਾਂ ਕਿਸੇ ਪਾਰਟੀ ਨੂੰ ਗਲਤ ਨਹੀਂ ਕਹਿ ਸਕਦੇ, ਗਲਤ ਅਸੀਂ ਆ ਕਿਉਂਕਿ ਅਸੀਂ ਵੋਟਾਂ ਪਾਉਣੀਆਂ ਤੇ ਅਸੀਂ ਇਹ ਪਾਰਟੀਆਂ ਨੂੰ ਬਣਾਉਂਦੇ ਜੀ। ਸੋਨੀਆ, ਅਖੀਰ 'ਚ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਅੱਜ ਦਾ ਨੌਜਵਾਨ ਜਿਹੜੀ ਸਥਿਤੀ ਹੁਣ ਬਣੀ ਹੋਈ ਆ, ਕਿਉਂਕਿ ਜਿੰਨੀਆਂ ਰਵਾਇਤੀ ਧਿਰਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਸਾਡੇ ਸਿਆਸਤਦਾਨ ਨੇ, ਉਹਨਾਂ ਦੀ ਪਕੜ ਬੜੀ ਡੂੰਘੀ ਆ ਔਰ ਉਹ ਜਥਾ ਸਥਿਤੀ ਜਿਹੜੀ ਆ, ਜਿੱਦਾਂ ਦਾ ਮਾਹੌਲ ਹੈ ਉਹਨੂੰ ਬਰਕਰਾਰ ਰੱਖਣਾ ਚਾਹੁੰਦੀਆਂ ਨੇ। ਭਾਰਤ ਦਾ ਨੌਜਵਾਨ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਜਿਹੜਾ ਹੁਣ ਇਨਲਾਈਟਨ ਆ, ਜਾਗਰੂਕ ਆ, ਜਿਹਨੂੰ ਚੇਤਨਾ ਆ, ਉਹ ਕਿੱਦਾਂ ਦੇ ਬਦਲਾਅ ਚਾਹੁੰਦਾ ਤੇ ਉਹਦੇ ਲਈ ਉਹ ਕੀ ਸੋਚਦਾ ਕਿ ਕਿਸ ਤਰੀਕੇ ਨਾਲ ਇਹ ਬਦਲਾਅ ਹੋ ਸਕਦੇ ਆ? ਐਜ ਏ ਯੂਥ ਲੀਡਰ ਦੇ ਤੌਰ ਤੇ ਤੁਹਾਡੇ ਮਨ 'ਚ ਕਿਹੋ ਜਿਹੇ ਵਲਵਲੇ ਨੇ ਕਿ ਤੁਸੀਂ ਕਿਹੋ ਜਿਹਾ ਭਾਰਤ ਵੇਖਣਾ ਚਾਹੁੰਦੇ ਹੋ ਤੇ ਉਹਦੇ ਲਈ ਕਿਸ ਤਰੀਕੇ ਨਾਲ ਬਦਲਾਅ ਜਿਹੜੇ ਆ ਉਹ ਸੰਭਵ ਨੇ? ਵੇਖੋ, ਹਰ ਇੱਕ ਇਨਸਾਨ ਨੂੰ ਆਪਣੇ ਸਵਾਰਥ ਨੂੰ ਛੱਡ ਕੇ ਔਰ ਲੋਕਾਂ ਬਾਰੇ ਵੀ ਸੋਚਣਾ ਪਊਗਾ। ਔਰ ਕਿਹਨੂੰ ਕਹਿੰਦੇ ਆ, ਅਸੀਂ ਲੋਕੀ ਹੀ ਸਰਕਾਰ ਬਣਾਉਂਦੇ ਆ, ਅਸੀਂ ਲੋਕੀ ਹੀ ਪਾਰਟੀਆਂ ਬਣਾਉਂਦੇ ਆ, ਪਾਰਟੀਆਂ ਨੂੰ ਜਿਤਾਉਂਦੇ ਆ। ਸੋ ਹਰ ਇੱਕ ਬੰਦੇ ਨੂੰ ਜਾਗਰੂਕ ਹੋਣ ਦੀ ਲੋੜ ਹੈ ਔਰ ਯੂਥ ਨੂੰ ਖਾਸ ਕਰਕੇ ਜਾਗਰੂਕ ਹੋਣ ਦੀ ਲੋੜ ਹੈ ਆਪਣੇ ਹੱਕਾਂ ਪ੍ਰਤੀ, ਐਜੂਕੇਸ਼ਨ ਸਿਸਟਮ ਨੂੰ। ਔਰ ਕਿਉਂਕਿ ਸਾਡਾ ਜਿੰਨਾ ਵੀ ਪੰਜਾਬ ਦਾ ਯੂਥ, ਖਾਸ ਕਰਕੇ ਜਾਂ ਭਾਰਤ ਦਾ ਯੂਥ ਹੀ ਮੈਂ ਕਹਿ ਦਈਏ, ਹਰ ਕਿਤੇ, ਕਿਉਂਕਿ ਇੱਥੇ ਰੋਜ਼ਗਾਰ, ਅਨਇੰਪਲੋਇਮੈਂਟ ਇੰਨੀ ਕੁ ਜ਼ਿਆਦਾ ਆ ਵੀ ਹਰ ਇੱਕ ਨੂੰ 12th ਪਾਸ ਕਰਨ ਤੋਂ ਬਾਅਦ ਆਪਣਾ ਕਰੀਅਰ ਹੀ ਨਹੀਂ ਦਿਖਦਾ ਇੰਡੀਆ ਦੇ ਵਿੱਚ। ਔਰ ਇੰਨਾ ਕੁ ਜ਼ਿਆਦਾ ਧਰਮਵਾਦ ਦਾ ਪੈਰਾ ਆ ਹਰ ਕਿਤੇ ਸਾਡੀ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਵੀ, ਕਿ ਸਭ ਤੋਂ ਪਹਿਲ, ਮੈਂ ਨਹੀਂ ਕਹਿੰਦੀ ਵੀ ਪਹਿਲ ਕਿਸੇ ਇੱਕ ਬੰਦੇ ਨੂੰ ਦੇਣੀ ਚਾਹੀਦੀ ਆ, ਦੂਜੇ ਬੰਦੇ ਨੂੰ ਦੇਣੀ ਚਾਹੀਦੀ ਆ। ਜਿਹੜੀ ਐਸੀ ਕੋਟਾ ਹੁੰਦਾ ਆ, ਉਸ ਕੋਟੇ ਦੇ ਵਿੱਚ ਐਸੀ ਕੋਟਾ ਜ਼ਰੂਰ, ਮੈਂ ਕਹਿੰਦੀ ਹਾਂ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦੇਣਾ ਚਾਹੀਦਾ। ਕੋਈ ਐਸੀ ਕੋਟਾ ਨਹੀਂ ਹੋਣਾ ਚਾਹੀਦਾ, ਕੋਈ ਜਨਰਲ ਕੈਟਾਗਰੀ ਨਹੀਂ ਹੋਣੀ ਚਾਹੀਦੀ, ਕੁਛ ਨਹੀਂ ਹੋਣਾ ਚਾਹੀਦਾ। ਹਰ ਇੱਕ ਬੰਦੇ ਨੂੰ ਆਪਣੀ ਕੈਪੇਬਿਲਿਟੀ ਦੇ ਅਕੋਰਡਿੰਗਲੀ ਜੌਬ ਮਿਲਣੀ ਚਾਹੀਦੀ ਆ। ਹੁਣ ਬੜੇ ਜ਼ਿਆਦਾ, ਇੰਨੇ ਜ਼ਿਆਦਾ ਵੈਲ ਐਜੂਕੇਟਿਡ ਬੱਚੇ ਹੁੰਦੇ ਨੇ ਜਿਹੜੀ ਇੰਨੀ ਮਿਹਨਤ ਕਰਦੇ ਨੇ, ਉਹਨਾਂ ਦੇ 90% ਆਉਂਦੇ ਨੇ। ਇੱਕ ਬੰਨੇ ਐਸੀ ਕੋਟੇ ਵਾਲਾ 30% ਵਾਲਾ ਜਿਹੜਾ ਬੰਦਾ ਆ ਉਹਨੂੰ ਜੌਬ ਮਿਲ ਜਾਂਦੀ, 90% ਵਾਲੇ ਨੂੰ ਮਿਲਦੀ ਨਹੀਂਗੀ। ਸੋ ਉਸ ਰੋਸ ਦੇ ਵਿੱਚ ਵੀ ਕਈ ਬੱਚੇ ਜਿਹੜੇ ਆ ਉਹ ਡਿਪਰੈਸ ਹੋ ਜਾਂਦੇ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ। ਮੇਰਾ ਮੰਨਣਾ ਇਹੀ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਬਰਾਬਰ ਦਾ ਕਰ ਦੇਣਾ ਚਾਹੀਦਾ ਆ। ਕੋਈ ਜਨਰਲ ਕੈਟਾਗਰੀ ਨਹੀਂ ਹੋਣੀ ਚਾਹੀਦੀ, ਕੋਈ ਐਸੀ ਕੈਟਾਗਰੀ ਨਹੀਂ ਹੋਣੀ ਚਾਹੀਦੀ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਆ। ਔਰ ਸਾਰੇ ਹੀ ਆਪਣੀ ਕੈਪੇਬਿਲਿਟੀ ਦੇ ਉੱਤੇ, ਆਪਣੀ ਮੈਰਿਟ ਦੇ ਉੱਤੇ ਕੋਈ ਵੀ ਟੈਸਟ ਪਾਸ ਕਰਨ, ਕੋਈ ਵੀ IPS ਬਣੇ ਔਰ ਕਿਸੇ ਦੇ ਨਾਲ ਜਾਤ, ਊਚ ਨੀਚ ਦੇ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ, ਨਾ ਹੀ ਧਰਮ ਦੇ ਨਾਮ ਦੇ ਉੱਤੇ ਵਿਤਕਰਾ ਕਰਨਾ ਚਾਹੀਦਾ ਹੈ। ਸੋਨੀਆ, ਬਿਲਕੁਲ ਇਹ ਆਈਡੀਓਲੋਜੀ ਦੇ ਤੌਰ ਤੇ ਜਾਂ ਆਈਡੀਆ ਤੁਹਾਡਾ ਬਿਲਕੁਲ ਦਰੁਸਤ ਹੋ ਸਕਦਾ, ਪਰ ਮੇਰਾ ਦੂਜਾ ਸਵਾਲ ਇਹ ਸੀ ਕਿ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਇਹਨੂੰ ਬਦਲਣ ਲਈ ਕਿਸ ਤਰ੍ਹਾਂ ਦੇ ਯਤਨ ਜਿਹੜਾ ਯੂਥ ਹੈ ਉਹਦੇ ਦਿਮਾਗ 'ਚ ਚੱਲ ਰਿਹਾ ਕਿ ਅਸੀਂ ਇਸ ਤਰ੍ਹਾਂ ਦਾ ਮਾਹੌਲ ਕਰੀਏ ਤੇ ਇਹ ਜਿਹੜਾ ਬਦਲਾਅ ਜਿਹੜਾ ਇਹ ਸੰਭਵ ਹੋ ਸਕਦਾ ਆ। ਔਰ ਦੂਜੀ ਗੱਲ ਮੈਂ ਤੁਹਾਨੂੰ ਕੋਈ ਜਾਣਨਾ ਚਾਹੁੰਦਾ ਕਿ ਕਿਹਾ ਇਹ ਜਾਂਦਾ ਹੈ ਕਿ ਭਾਰਤ ਅਗਰ ਭਵਿੱਖ ਵਿੱਚ ਅੱਗੇ ਵਧਿਆ, ਚਲੋ ਹਾਲਾਤ ਖਰਾਬ ਨੇ, ਸਾਡੇ ਕੋਲ ਇਹੋ ਜਿਹੀ ਸਟੇਟ ਇਸ ਵੇਲੇ ਬਣ ਗਈ ਆ ਕਿ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ, ਪਰ ਜਿੰਨੀ ਸਾਡੇ ਕੋਲ ਯੂਥ ਸ਼ਕਤੀ ਆ
ਉਹ ਕਹਿ ਰਹੇ ਆ ਕਿ ਚਾਈਨਾ ਤੋਂ ਵੀ ਵੱਧ ਯੂਥ ਸ਼ਕਤੀ ਸਾਡੇ ਕੋਲ ਆ। ਜੇ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਅਸੀਂ ਦੁਨੀਆ ਦੀ ਇੱਕ ਵੱਡੀ ਤਾਕਤ ਬਣ ਕੇ ਉੱਭਰ ਸਕਦੇ ਹਾਂ। ਪਰ ਦੂਜਾ ਪੱਖ ਇਹ ਆ ਹਨੇਰਗਰਦੀ ਦਾ, ਜਿਵੇਂ ਤੁਸੀਂ ਕਿਹਾ ਕਿ ਜੌਬ ਨਹੀਂ ਮਿਲਦੀਆਂ, ਬੱਚੇ ਫਰਸਟ੍ਰੇਟ ਹੁੰਦੇ ਆ ਔਰ ਵਹੀਰਾਂ ਕੱਤ ਕੇ ਸਾਡਾ ਜਿਹੜਾ ਨੌਜਵਾਨ ਆ ਉਹ ਬਾਹਰਲੇ ਦੇਸ਼ਾਂ ਨੂੰ ਭੱਜ ਰਿਹਾ ਆ। ਇਹ ਜਿੱਥੇ ਇੱਕ ਪਾਸੇ ਉਹ ਆਪਣੀ ਜ਼ਿੰਦਗੀ ਨੂੰ ਸੁਖਾਲੀ ਕਰਨਾ ਚਾਹੁੰਦਾ, ਦੂਜੇ ਪਾਸੇ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਕਿ ਅਸੀਂ ਜਿਹੜਾ ਆ ਉਹ ਸੰਘਰਸ਼ ਤੋਂ ਵੀ ਮੂੰਹ ਮੋੜ ਰਹੇ ਆ। ਜਿਹੜੀਆਂ ਚੀਜ਼ਾਂ ਨੂੰ ਅਸੀਂ ਉੱਥੇ ਰਹਿ ਕੇ ਸੁਧਾਰ ਸਕਦੇ, ਅਸੀਂ ਵੀ ਦੋਸ਼ੀ ਹਾਂ ਜਿਹੜੇ ਅਸੀਂ ਆ ਕੇ ਬੈਠੇ ਹੋਏ ਆ। ਅਸੀਂ ਬਾਹਰ ਬੈਠ ਕੇ ਮੱਤਾ ਨਹੀਂ ਦੇ ਸਕਦੇ ਕਿਉਂਕਿ ਬੜੀਆਂ ਕਠਿਨ ਹਾਲਾਤ ਹੁੰਦੇ ਆ। ਪਰ ਯੂਥ ਕੋਲੋਂ ਬਹੁਤ ਸਾਰੀਆਂ ਉਮੀਦਾਂ ਨੇ ਤੇ ਤੁਸੀਂ ਕਿਸ ਤਰ੍ਹਾਂ ਬਦਲਦਾ ਭਾਰਤ ਵੇਖਣਾ ਚਾਹੋਗੇ? ਕਿਸ ਤਰੀਕੇ ਦਾ ਭਾਰਤ, ਉਹਦੇ ਲਈ ਕਰਨਾ ਕੀ ਚਾਹੁੰਦੇ ਆਪਾਂ? ਵੇਖੋ ਜੀ, ਮੈਂ ਕਰਨਾ ਤੇ ਇਹੀ ਹੈ ਵੀ ਜਦੋਂ ਲੋਕੀ ਖੁਦ ਚਾਹਣਗੇ ਚੇਂਜ ਲਿਆਉਣਾ ਤੇ ਆ ਜਾਊਗਾ। ਜਿੱਦਣ ਹੁਣ ਜਿਵੇਂ ਇਨਕਲਾਬ ਆਇਆ ਹੈ ਪੰਜਾਬ ਦੇ ਵਿੱਚ, ਪਹਿਲਾਂ ਕਦੀ ਕਿਸੇ ਨੇ ਸਰਪੰਚ ਨੂੰ ਨਹੀਂ ਕੁਐਸਚਨ ਪੁੱਛਿਆ ਸੀਗਾ, ਅੱਜ ਸਾਰਿਆਂ ਨੂੰ ਪੁੱਛਦੇ ਨੇ। ਜੇ ਇਸੇ ਤਰੀਕੇ ਦਾ ਇਨਕਲਾਬ ਰਹੂਗਾ ਪੰਜਾਬ ਦੇ ਵਿੱਚ ਤੇ ਫਿਰ ਪੰਜਾਬ ਦੇ ਵਿੱਚ ਸਿਸਟਮ ਚੇਂਜ ਹੋ ਸਕਦਾ ਆ। ਜੇ ਪੰਜਾਬ ਦੇ ਵਿੱਚ ਵੀ ਧਰਮਵਾਦ ਤੋਂ ਉੱਤੇ ਉੱਠ ਕੇ, ਜਾਤੀਵਾਦੀ ਤੋਂ ਉੱਤੇ ਉੱਠ ਕੇ ਡਿਸੀਜਨ ਮੇਕਿੰਗ ਕੀਤੀ ਜਾਊਗੀ, ਹਰ ਇੱਕ ਇਨਸਾਨ ਇਹ ਸੋਚੂਗਾ ਵੀ ਅਸੀਂ ਬਰਾਬਰ ਹਾਂ, ਤੇ ਆਪਾਂ ਇਸ ਤਰੀਕੇ ਦੇ ਨਾਲ ਧਰਮਵਾਦ ਤੇ ਜਾਂ ਜਾਤੀਵਾਦੀ ਦੇ ਉੱਤੇ ਜਿਹੜੀ ਪੋਲਿਟਿਕਸ ਹੋ ਰਹੀ ਹੈ ਉਹਦਾ ਵਿਰੋਧ ਕਰੀਏ ਤੇ ਆਪਾਂ ਵੇਖੀਏ ਵੀ ਕੀ ਕਰ ਰਹੇ ਨੇ ਅੱਜ ਕੱਲ ਸਿਆਸਤਕਾਰ, ਸਾਨੂੰ ਕਿਹੜੀਆਂ ਵੰਡੀਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ। ਮੁੱਦੇ ਦੀ ਗੱਲ ਕਰਨ, ਕਦੀ ਕਿਸੇ ਨੂੰ ਸੀਐਮ ਬਣਾਤਾ ਤੇ ਕਦੀ ਕਿਸੇ ਨੂੰ ਡਿਪਟੀ ਸੀਐਮ ਬਣਾਤਾ। ਇਹ ਗੱਲਾਂ ਦੇ ਉੱਤੋਂ ਉੱਠ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਧਿਆਨ ਦਿੱਤਾ ਜਾਵੇ, ਪੰਜਾਬ ਦੀ ਐਜੂਕੇਸ਼ਨ ਦੇ ਉੱਤੇ ਧਿਆਨ ਦਿੱਤਾ ਜਾਵੇ, ਪੰਜਾਬ ਦੀ ਅਨਇੰਪਲੋਇਮੈਂਟ ਦੇ ਉੱਤੇ ਧਿਆਨ ਦਿੱਤਾ ਜਾਵੇ, ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ ਕਿੰਨਾ ਆ, ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਆ, ਪੰਜਾਬ ਦੇ ਵਿੱਚ ਕੈਂਸਰ ਕਿੰਨੀ ਹੈ, ਪੰਜਾਬ ਦੇ ਉੱਤੇ 75% ਤੋਂ ਲੋਕੀ ਉੱਤੇ ਮਾਲਵੇ ਦੇ ਵਿੱਚ ਖਾਦਾਂ ਕਿੰਨੀਆਂ ਯੂਜ਼ ਕਰ ਰਹੇ ਨੇ। ਜੇ ਪੰਜਾਬ ਦੇ ਮੇਨ ਮੁੱਦਿਆਂ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਅੱਜ ਪੰਜਾਬ ਦਾ ਵਿਕਾਸ ਹੋ ਸਕਦਾ ਏ। ਜੀ ਹਰਪ੍ਰਵਿੰਦਰ ਕੁਝ ਕਹਿਣਾ ਚਾਹ ਰਿਹਾ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਨੇ ਸਵਾਲ ਤੋਂ ਬਾਅਦ। ਹਾਂਜੀ ਸੋਨੀਆ, ਮੈਂ ਜਿਹੜਾ ਹਰਜੀਤ ਸਿੰਘ ਜੀ ਨੇ ਤੁਹਾਨੂੰ ਕੁਐਸਚਨ ਪੁੱਛਿਆ ਸੀ ਕਿ ਕਿਸ ਤਰੀਕੇ ਦਾ ਭਾਰਤ ਤੁਸੀਂ ਵੇਖਣਾ ਚਾਹੁੰਦੇ ਹੋ, ਤੁਸੀਂ ਉਹਦੇ ਵਿੱਚ ਗੱਲ ਕੀਤੀ ਉਹ ਜਿਹੜੀ ਜਾਤੀਵਾਦ, ਧਰਮਵਾਦ, ਆਈ ਐਗਰੀ ਵਿਦ ਯੂ, ਮੈਨੂੰ ਬੜਾ ਚੰਗਾ ਲੱਗਾ ਸੁਣ ਕੇ। ਪਰ ਮੈਂ ਯੂਨੀਵਰਸਿਟੀ 'ਚ ਪੜ੍ਹਾਇਆ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ, ਬੀਇੰਗ ਏ ਰਿਸਰਚ ਫੈਲੋ, ਅਤੇ ਮੈਂ ਉੱਥੇ ਵੇਖਿਆ ਕਿ ਕੁਛ ਬੱਚੇ ਜਿਹੜੇ, ਕੁਛ ਸਟੂਡੈਂਟ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਉਹ ਆਣ ਕੇ ਯੂਨੀਵਰਸਿਟੀ ਵਿੱਚ ਟਾਈਮ ਆਪਣਾ ਪੜ੍ਹਾਈ ਦੇ ਵਿੱਚ ਲਾਉਂਦੇ ਆ। ਹੁਣ ਅਸੀਂ ਉਹਨਾਂ ਬੱਚਿਆਂ ਤੋਂ ਕਿਸ ਤਰ੍ਹਾਂ ਆਸ ਕਰੀਏ ਕਿ ਉਹ ਵੀ ਕਦੀ IAS ਆਫੀਸਰ ਬਣ ਜਾਣਗੇ, IPS ਆਫੀਸਰ ਬਣ ਜਾਣਗੇ? ਅਸਲ ਲੜਾਈ ਇਹ ਆ ਕਿ ਸਭ ਨੂੰ ਸਭ ਦੀ ਲੋੜ ਮੁਤਾਬਕ, ਕਿ ਅਗਰ ਸਾਰਿਆਂ ਨੂੰ ਬਰਾਬਰ ਸਹੂਲਤਾਂ ਵੀ ਮਿਲਣ, ਜਿੰਨਾ ਚਿਰ ਤੱਕ ਉਹ ਇਕਨੋਮਿਕਲੀ ਵੈਲਬੀਇੰਗ ਨਹੀਂ ਹੁੰਦੇ, ਲੋਕ ਸਾਰੇ ਬੱਚੇ ਜਿਹੜੇ ਆ, ਸਾਡੀ ਆਉਣ ਵਾਲੀ ਜਿਹੜੀ ਯੂਥ ਜਨਰੇਸ਼ਨ ਆ, ਉਹਨਾਂ ਨੂੰ ਆਰਥਿਕਤਾ ਦੇ ਤੌਰ ਤੇ ਬਰਾਬਰਤਾ ਨਹੀਂ ਮਿਲਦੀ, ਉਹਨਾਂ ਚਿਰ ਤੱਕ ਅਸੀਂ ਇਹ ਨਹੀਂ ਕਿ ਉਹਨਾਂ ਕੋਲ ਕੋਈ ਤਵੱਕੋ ਨਹੀਂ ਰੱਖ ਸਕਦੇ ਕਿ ਉਹ ਬੱਚੇ ਜਿਹੜੇ ਆ ਵੱਡੇ IAS ਆਫੀਸਰ ਬਣਨਗੇ, IPS ਆਫੀਸਰ ਬਣਨਗੇ, ਕੋਈ ਡਿਪਲੋਮੇਟ ਬਣਨਗੇ ਜਾਂ ਕੋਈ ਆਰਮੀ ਦੇ ਕੋਈ ਜਨਰਲ ਬਣਨਗੇ, ਕਿਉਂਕਿ ਉਹਨਾਂ ਦੇ ਹਾਲਾਤ ਇਸ ਤਰੀਕੇ ਦੇ, ਉਹ ਕਿਹੜੀ ਜਹਿਦ ਦੇ ਵਿੱਚ ਉਹ ਬੱਚੇ ਜਿਹੜੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ, ਬੈਕਵਰਡ ਕਲਾਸ, ਬੈਕਵਰਡ ਟਰਾਈਬਸ, ਤੇ ਉਹ ਬੱਚੇ ਜਿਹੜੇ ਆ ਕਿੰਨਾ ਹਾਲਾਤਾਂ ਵਿੱਚ ਆਉਂਦੇ ਆ। ਕਿਉਂਕਿ ਜਿੰਨਾ ਚਿਰ ਤੱਕ ਸਾਨੂੰ ਕੰਡੀਸ਼ਨਸ, ਵਰਕ ਕੰਡੀਸ਼ਨਸ, ਸਟੱਡੀ ਕੰਡੀਸ਼ਨਸ ਬਰਾਬਰ ਨਹੀਂ ਮਿਲਦੀਆਂ, ਉਹਨਾਂ ਚਿਰ ਤੱਕ ਅਸੀਂ ਉਹ ਗੱਲ ਬਰਾਬਰਤਾ ਵਾਲੀ ਗੱਲ ਕਰ ਹੀ ਨਹੀਂ ਸਕਦੇ। ਸੋ ਉਹਦੇ ਲਈ ਸਾਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ, ਤੇਰੇ ਪਾਪਾ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਦੀ ਲੋੜ ਵਾ, ਕਿ ਜਿਸ ਵਿੱਚ ਤੇਰੇ ਪਾਪਾ ਨੇ ਵੀ ਕਿਹਾ ਸੀ ਕਿ ਸਭ ਨੂੰ ਸਭ ਦੀ ਲੋੜ ਮੁਤਾਬਕ ਮਿਲਣਾ ਚਾਹੀਦਾ, ਸਭ ਨੂੰ, ਸਾਰਿਆਂ ਨੂੰ ਬਰਾਬਰ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ। ਫਿਰ ਅਸੀਂ ਗੱਲ ਕਰ ਸਕਦੇ ਹਾਂ ਕਿ ਤਰੱਕੀ ਕੌਣ ਕਰਦਾ। ਤੇ ਜਦ ਕਿ ਇਹ ਇੱਕ ਬੰਨੇ ਬੱਚਾ ਜਿਹੜਾ ਵਾ ਕਿਹੜੀਆਂ ਹਾਲਾਤਾਂ 'ਚ ਰਹਿ ਰਿਹਾ ਵਾ, ਦੂਸਰਾ ਬੱਚਾ ਜਿਹੜਾ ਸਿਲਵਰ ਸਪੂਨ ਲੈ ਰਿਹਾ, ਤੇ ਉਹਨੂੰ ਅਸੀਂ ਉਹਦੇ ਨਾਲ ਰਲਗੜ ਨਹੀਂ ਕਰ ਸਕਦੇ, ਉਹਦੇ ਨਾਲ ਨਹੀਂ ਮਿਲਾਪ ਉਹਦਾ ਕਰ ਸਕਦੇ। ਸੋ ਇਹ ਇੱਕ ਵਖਰੇਵਾਂ ਵਾ। ਇਹ ਲੜਾਈ ਸਾਡੀ ਦਾ ਜਿਹੜਾ ਮੁੱਦਾ ਇਹ ਹੈ ਕਿ ਬਰਾਬਰਤਾ ਹੋਏਗੀ ਤਾਂ ਜੇ ਅਸੀਂ ਇਕਨੋਮਿਕਲੀ ਵੈਲਬੀਇੰਗ ਹੋਵਾਂਗੇ। ਇਕਨੋਮਿਕਲੀ ਵੈਲਬੀਇੰਗ ਅਸੀਂ ਉਦੋਂ ਹੋਵਾਂਗੇ ਜਿਸ ਦਿਨ ਭਾਰਤ ਦੀ ਰਾਜ ਸੱਤਾ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਥ ਵਿੱਚ ਆਏਗੀ। ਉਹਨਾਂ ਚਿਰ ਤੱਕ ਕੁਛ ਨਹੀਂ ਇੱਥੇ ਦੇਸ਼ ਦੇ ਵਿੱਚ ਹੋਣਾ। ਇੱਕ ਪਾਰਲੀਮੈਂਟ ਬਣੇਗੀ, ਇੱਕ ਪਾਰਲੀਮੈਂਟ 'ਚ ਆਏਗਾ, ਦੂਸਰਾ ਲੰਗੂਰ ਜਾਏਗਾ। ਤੇ ਇਹਨਾਂ ਨੇ ਇਸੇ ਤਰੀਕੇ ਨਾਲ ਹਿੰਦੁਸਤਾਨ ਦੇ ਲੋਕਾਂ ਦੀ ਲੁੱਟ ਜਿਹੜੀ ਆ, ਇਹ ਕਾਲੇ ਅੰਗਰੇਜ਼ਾਂ ਨੇ ਗੋਰਿਆਂ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਲੋਕਾਂ ਦੀ ਲੁੱਟ ਕਰਨੀ ਹੈ, ਤੇ ਇਸ ਪਤਾ ਨਹੀਂ ਕਿੰਨਾ ਚਿਰ ਤੱਕ ਕਰਨੀ ਹੈ। ਸੋ ਸਾਡੇ ਸੰਘਰਸ਼ ਜਿਹੜੇ ਆ, ਸਾਡੇ ਇਨਕਲਾਬੀ ਸੰਘਰਸ਼ ਜਿਹੜੇ ਆ, ਉਹ ਇਹਨਾਂ ਦੀ ਜਿਹੜੀ ਸ਼ਕਤੀ ਨੂੰ ਜੜੋਂ ਪੁੱਟਣ ਦੇ ਲਈ ਸਾਰਥਕ ਹੋਣਗੇ। ਤੇ ਮੈਂ ਆਸ ਕਰਦਾ ਵਾਂ ਕਿ ਤੂੰ ਵੀ
ਆਪਣੇ ਪਾਪਾ ਦੀਆਂ ਪੈੜਾਂ ਦੇ ਉੱਤੇ ਚੱਲਦੀ ਹੋਈ ਤੇ ਇਸ ਸੰਘਰਸ਼ ਦੇ ਵਿੱਚ ਆਪਣੀ ਚੰਗੇ ਤਰੀਕੇ ਦੇ ਨਾਲ ਇੱਕ ਵਧੀਆ ਨਾਇਕਾ ਦੀ ਭੂਮਿਕਾ ਨਿਭਾਏਗੀ। ਜੀ ਸੋਨੀਆ, ਤੁਹਾਡੇ ਕਮੈਂਟ ਕੋਈ ਕਹਿਣਾ ਚਾਹੋ ਹਰਪ੍ਰਮਿੰਦਰ ਦੀ ਗੱਲ ਤੇ? ਬਿਲਕੁਲ ਸਹੀ ਕਿਹਾ। ਪਾਪਾ ਇਹੀ ਚਾਹੁੰਦੇ ਸੀਗੇ ਕਿ ਸਾਰਿਆਂ ਨੂੰ ਬਰਾਬਰ ਦੇ ਹੱਕ ਚਾਹੀਦੇ ਆ ਔਰ ਬਰਾਬਰ ਦਾ ਸਮਾਜ ਹੋਣਾ ਚਾਹੀਦਾ ਆ, ਔਰ ਅੰਕਲ ਨੇ ਬਿਲਕੁਲ ਸਹੀ ਗੱਲਾਂ ਕਹੀਆਂ। ਮੈਂ ਉਹੀ ਗੱਲਾਂ ਦੇ ਉੱਤੇ ਫੋਲੋ ਕਰਦੀ ਹਾਂ ਔਰ ਉਹੀ ਸੋਚਦੀ ਹਾਂ। ਇਸੇ ਕਰਕੇ ਜੋ ਮੈਂ ਇੱਥੇ ਸੁਸਾਇਟੀ ਦੇ ਵਿੱਚ ਜਦੋਂ ਗਰਾਊਂਡ ਲੈਵਲ ਦੇ ਉੱਤੇ ਵਿਚਰਦੀ ਹਾਂ, ਜਦੋਂ ਮੈਂ ਉਹ ਪੋਲਿਟਿਕਸ ਦੇਖਦੀ ਹਾਂ, ਤੇ ਉਦੋਂ ਮੈਂ ਆ ਸੋਚਦੀ ਹਾਂ ਵੀ ਲੋਕਾਂ ਨੂੰ ਇਹ ਪੋਲਿਟਿਕਸ ਸਮਝਣੀ ਚਾਹੀਦੀ ਹੈ। ਲੋਕਾਂ ਨੂੰ ਇੰਨਾ ਸਵਾਰਥੀ ਨਹੀਂ ਹੋਣਾ ਚਾਹੀਦਾ ਔਰ ਲੋਕਾਂ ਨੂੰ ਧਰਮ ਜਾਤਾਂ ਦੇ ਉੱਤੇ ਉੱਠ ਕੇ ਇੱਕ ਐਜੂਕੇਸ਼ਨ ਵੱਲ ਔਰ ਇੱਕ ਮਤਲਬ ਵਧੀਆ ਸਮਾਜ ਸਿਰਜਣ ਦੀ ਲੋੜ ਹੈ ਇਸ ਟਾਈਮ ਦੇ ਉੱਤੇ, ਭਾਵੇਂ ਉਹ ਪੂਰਾ ਪੰਜਾਬ ਹੋਵੇ, ਭਾਵੇਂ ਉਹ ਪੂਰੇ ਭਾਰਤ ਦੀ ਗੱਲ ਕਰੀਏ। ਜੀ ਸੋਨੀਆ, ਬਹੁਤ ਵਧੀਆ ਤੁਹਾਡੇ ਵਿਚਾਰ ਨੇ। ਅਸੀਂ ਉਮੀਦ ਕਰਾਂਗੇ ਤੁਸੀਂ ਅੱਗੇ ਵੱਧ ਕੇ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ। ਜਿਹੜੀ ਗੱਲ ਹਰਪ੍ਰਮਿੰਦਰ ਕਹਿਣੀ ਚਾਹ ਰਹੇ, ਮੈਂ ਤੁਹਾਨੂੰ ਦੂਜੀ ਤਰ੍ਹਾਂ ਸਮਝਾ ਦੇਣਾ ਕਿ ਜਿਹੜਾ ਜਿਹਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ, ਸ਼ਡਿਊਲ ਟ੍ਰਾਈਬ, ਸ਼ਡਿਊਲ ਕਾਸਟ, ਇਹ ਵਿਅਕਤੀਆਂ ਨੂੰ ਜਦੋਂ ਆਪਾਂ ਉਹਨਾਂ ਦੇ ਵਿੱਚ ਵਿਚਰ ਕੇ ਵੇਖੀਏ ਨਾ, ਤੇ ਫਿਰ ਸਾਨੂੰ ਅਹਿਸਾਸ ਹੁੰਦਾ ਆ ਕਿ ਅਸਲ ਦੇ ਵਿੱਚ ਜਿਹੜਾ ਇਹ ਜਾਤੀ ਵਿਤਕਰਾ ਆ, ਜੋ ਸਾਨੂੰ ਲੱਗਦਾ ਹੈ ਕਿ ਬਰਾਬਰਤਾ, ਕੁਝ ਸ਼ਡਿਊਲ ਕਾਸਟ ਆ ਕੇ ਅੱਗੇ ਲੰਘ ਜਾਂਦੇ ਨੇ, ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਲੱਗਦੀਆਂ ਹੁੰਦੀਆਂ ਨੇ, ਉਹ ਹਕੀਕਤ ਤੋਂ ਬਹੁਤ ਦੂਰ ਨੇ। ਸਾਨੂੰ ਗਲਤ ਤਰੀਕੇ ਨਾਲ ਗਮਰਾਹ ਕੀਤਾ ਜਾਂਦਾ। ਅਸਲ ਵਿੱਚ ਜਿਹੜਾ ਜਾਤੀ ਦਾ ਕੋਡ ਹੈ, ਇਹ ਵੀ ਸਾਡੇ ਸਮਾਜ 'ਚ ਇੱਕ ਬਹੁਤ ਵੱਡਾ ਜਿਹੜਾ ਸਾਨੂੰ ਮਨੂ ਸਮ੍ਰਿਤੀ ਨੇ ਸਿਰਜਿਆ ਹੋਇਆ ਕਿ ਫਲਾਣਾ ਬੰਦਾ ਉੱਚਾ ਹੈ, ਫਲਾਣਾ ਨੀਵਾਂ ਹੈ, ਫਲਾਣਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਕੰਮ ਕਰਦਾ, ਇਸ ਕਰਕੇ ਉਹਨੂੰ ਅਸੀਂ ਨੇੜੇ ਨਹੀਂ ਲੱਗਣ ਦਿੰਦੇ। ਉਹਨਾਂ ਨੂੰ ਅਗਰ ਉਹਨਾਂ ਦੀ ਮਾਨਸਿਕ ਹਾਲਤ ਨੂੰ ਵੇਖੀਏ ਨਾ, ਫਿਰ ਸਾਨੂੰ ਸਹੀ ਜਿਹਾ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਉਹ ਦਲਿਤ ਸਮਾਜ ਦਾ ਜਿਹੜਾ ਇੱਕ ਕਿਸਮ ਦਾ ਦੁੱਖ ਹੈ ਨਾ, ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਨਾਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਤੇ ਨਾ ਕਿਤੇ। ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਇਕੁਅਲੀ ਅਧਿਕਾਰ ਮਿਲਣੇ ਚਾਹੀਦੇ ਆ ਔਰ ਸਾਰਿਆਂ ਨੂੰ ਹੀ, ਭਾਵੇਂ ਉਹ ਦਲਿਤ ਹੋਵੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਉਹ ਸਿੱਖ ਹੋਵੇ, ਭਾਵੇਂ ਉਹ ਜੱਟ ਹੋਵੇ, ਇਹ ਜਾਤਾਂ ਤੋਂ ਉੱਤੇ ਉੱਠ ਕੇ ਸਮਾਜ ਸਿਰਜਣਾ ਚਾਹੀਦਾ ਆ। ਕਿਸੇ ਦੀ ਕੋਈ ਜਾਤ ਪਾਤ ਆਪਾਂ ਖਤਮ ਕਰਾਂਗੇ ਤਾਂ ਹੀ ਹੋਏਗਾ ਨਾ ਬੇਟਾ। ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਅਧਿਕਾਰ ਵੀ ਮਿਲਣੇ ਚਾਹੀਦੇ, ਪਰ ਮੌਕੇ ਵੀ ਬਰਾਬਰ ਦੇ ਮਿਲਣੇ ਚਾਹੀਦੇ ਆ ਮੇਰੇ ਖਿਆਲ 'ਚ। ਹਾਂ, ਮੌਕੇ ਸਭ ਕੁਝ ਬਰਾਬਰ ਦਾ ਸਮਾਜ ਹੋਣਾ ਚਾਹੀਦਾ ਆ। ਇਨਸਾਨੀਅਤ ਇੱਕ ਤੋਂ ਵੱਡਾ ਧਰਮ ਆ, ਇਨਸਾਨੀਅਤ ਤੋਂ ਉੱਤੇ ਕੁਛ ਨਹੀਂ, ਔਰ ਇਨਸਾਨੀਅਤ ਜਿਹੜੇ ਇਨਸਾਨ ਦੇ ਵਿੱਚ ਹੈ ਨਾ, ਉਹ ਹਰ ਇੱਕ ਧਰਮ ਦੇ ਕਾਬਿਲ ਆ। ਔਰ ਮੈਂ ਇਹ ਸੋਚਦੀ ਹਾਂ ਔਰ ਸਾਰੇ ਧਰਮਾਂ ਨੂੰ, ਜਾਤਾਂ ਨੂੰ, ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਨਾ ਚਾਹੀਦਾ। ਦੈਟਸ ਵਾਟ ਆਈ ਥਿੰਕ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਤੇ ਹੋਰ ਅਜੇ ਨਿਖਰ ਕੇ ਸਾਹਮਣੇ ਆਉਣਗੇ ਜਿਉਂ-ਜਿਉਂ ਤੁਸੀਂ ਸੰਘਰਸ਼ 'ਚ ਜਾਓਗੇ। ਕੁਝ ਇੱਕ ਚੀਜ਼ਾਂ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਅਜੇ ਸਮਝਣੀਆਂ ਪੈਣਗੀਆਂ, ਕੁਝ ਇੱਕ ਚੀਜ਼ਾਂ ਅਜੇ ਸਮਾਜ 'ਚ ਜਿਹੜੀਆਂ ਉੱਪਰ ਥੱਲੇ ਹੁੰਦੀਆਂ ਨੇ, ਉਹਨਾਂ ਦਾ ਡੀਪ ਸਟੱਡੀ ਕਰਨ ਦੀ ਜ਼ਰੂਰਤ ਜ਼ਰੂਰ ਲੱਗ ਰਹੀ ਹੈ। ਕਿਤੇ ਉਹਨੂੰ ਜ਼ਰੂਰ ਕਰਿਓ, ਜ਼ਰੂਰ ਪੜ੍ਹਿਓ, ਜ਼ਰੂਰ ਆਪਣੇ ਪਾਪਾ ਦੇ ਵਿਚਾਰਾਂ ਦੇ ਕਿਉਂ ਉੱਤੇ ਪ੍ਰੇਰਿਤ ਹੋਏ ਉਹਦੇ ਬਾਰੇ ਜਾਣਿਓ, ਤੇ ਜਿੰਨਾ ਕੁ ਯੋਗਦਾਨ ਤੁਸੀਂ ਦੇ ਰਹੇ ਹੋ ਉਹਦਾ ਹੀ ਤੁਹਾਡਾ ਜਿੰਨਾ ਧੰਨਵਾਦ ਕਰੀਏ ਉਹਨਾਂ ਘੱਟ ਹੈ। ਫਿਰ ਕਿਸੇ ਮੌਕੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਤੂੰ ਸਾਡੀ ਆਪਣੀ ਬੇਟਾ ਧੀ ਆ ਤੇ ਅਸੀਂ ਤੇਰੇ ਤੋਂ ਬਹੁਤ ਵੱਡੀਆਂ ਉਮੀਦਾਂ ਰੱਖਦੇ ਹਾਂ, ਤੇ ਤੇਰਾ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਸਾਡੇ ਨਾਲ ਖੁੱਲ੍ਹ ਕੇ ਆਪਣੇ ਮਨ ਦੇ ਬਲਬਲੇ ਜਿਹੜੇ ਆ ਉਹ ਸਾਂਝੇ ਕੀਤੇ ਨੇ। ਥੈਂਕ ਯੂ ਅੰਕਲ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਹਰਪ੍ਰਮਿੰਦਰ ਤੁਹਾਡਾ ਵੀ। ਸੋਨੀਆ ਦਾ ਇੱਕ ਵਾਰੀ ਫੇਰ ਧੰਨਵਾਦ। ਸੋ ਦਰਸ਼ਕੋ, ਇੱਥੇ ਅਸੀਂ ਅੱਜ ਸਮਾਪਤ ਕਰਦੇ ਹਾਂ। ਸਾਡਾ ਵਿਸ਼ੇਸ਼ ਪ੍ਰੋਗਰਾਮ ਸੀ ਸੋਨੀਆ ਮਾਨ ਹਰਾਂ ਨਾਲ, ਇੱਕ ਇਨਕਲਾਬੀ ਪਰਿਵਾਰ ਚੋਂ ਪੈਦਾ ਹੋਈ ਧੀ। ਲਗਾਤਾਰ ਉਹਦੇ ਉੱਤੇ ਕਈ ਤਰ੍ਹਾਂ ਦੇ ਕਟਾਕਸ਼ ਲੋਕਾਂ ਨੇ ਕੀਤੇ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਅਸੀਂ ਚਾਹੁੰਦੇ ਸੀ ਕਿ ਕੁਝ ਇੱਕ ਉਹਦੇ ਵਿਚਾਰ ਤੁਹਾਡੇ ਤੱਕ ਪਹੁੰਚਾਈਏ ਔਰ ਆਪਣੀ ਗੱਲ ਉਸ ਬੇਟੀ ਤੱਕ ਵੀ ਪਹੁੰਚਾ ਸਕੀਏ। ਸੋ ਅਸੀਂ ਕਿੰਨਾ ਕੁ ਕਾਮਯਾਬ ਹੋਏ ਹਾਂ ਸਾਨੂੰ ਇਹਦਾ ਪਤਾ ਨਹੀਂ, ਸਾਡੇ ਦਰਸ਼ਕ ਹੀ ਦੱਸ ਸਕਦੇ ਆ। ਸੋ ਸਾਡਾ ਜਿਹੜਾ ਇਹ ਉਪਰਾਲਾ ਹੈ ਕਿੱਦਾਂ ਦਾ ਤੁਹਾਨੂੰ ਲੱਗਿਆ, ਸਾਨੂੰ ਫੀਡਬੈਕ ਜ਼ਰੂਰ ਦੇਣਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣ ਲਈ। ਸ਼ੁਕਰੀਆ ਜੀ।